ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੇ ਲੜੀਵਾਰ ਸ਼ਬਦ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਹਠ ਬੁੱਧੀ ਕੇਤੀਆ, ਕੀਤੇ ਵੇਦ ਵਿਚਾਰ। ਕੀਤੇ ਬੰਧਨ ਜੀਅ ਕੇ, ਗੁਰਮੁਖ ਮੁਖ ਦੁਆਰ। ਸਚਹੁ ਉਰੈ ਸਭ ਕੋ, ਉਪਰ ਸਚ ਆਚਾਰ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 62 ਦੇ ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਕੁੱਲ 8 ਪਦੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ, ਜਿਨ੍ਹਾਂ ਵਿੱਚੋਂ ਪਹਿਲੇ 4 ਪਦਿਆਂ ਤੱਕ ਦੀ ਵਿਚਾਰ ਆਪ ਸੰਗਤਾਂ ਨੇ ਕੱਲ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਰਹਿੰਦੇ ਸ਼ਬਦ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ 5ਵੇਂ ਪਦੇ ਦੀ ਆਰੰਭਤਾ ਕੀਤੀ। ਔਰ ਚੱਲ ਰਹੇ ਪ੍ਰਕਰਨ ਦੇ ਵਿੱਚ ਹੀ ਸਤਿਗੁਰੂ ਜੀ ਨੇ ਲੜੀ ਨੂੰ ਜੋੜਿਆ। ਮਾਲਕ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਜ਼ਿਕਰ ਕੀਤਾ ਉਹ ਇਨਸਾਨ ਦੁਆਰਾ ਧਰਮ ਦੇ ਨਾਮ ਉੱਤੇ ਕੀਤੇ ਜਾਂਦੇ ਕਰਮਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਆਪਾਂ ਧਰਮ ਕਰਮ ਕਹਿ ਸਕਦੇ ਹਾਂ ਜਾਂ ਧਾਰਮਿਕ ਕਰਮਾਂ ਦਾ ਨਾਮ ਦੇ ਸਕਦੇ ਹਾਂ। ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚ
ਇਨਸਾਨ ਦੁਆਰਾ ਕੀਤੇ ਜਾਂਦੇ ਹੱਠ ਔਰ ਕੀਤੇ ਜਾਂਦੇ ਤਪਾਂ, ਦਾਨ ਪੁੰਨ ਆਦਿ ਚੀਜ਼ਾਂ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ। ਪਾਵਨ ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਸਾਂਝਾ ਕਰਦਾ ਚੱਲਣਾ। ਕਬੀਰ ਤਨ ਨਾ ਜਲਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸਮਾਲ। ਇਸ ਪਾਵਨ ਸ਼ਬਦ ਵਿੱਚ ਜੋ ਸਾਹਿਬ ਜ਼ਿਕਰ ਕਰ ਰਹੇ, ਉਹਦੇ ਵਿੱਚ ਉਹਨਾਂ ਇਨਸਾਨ ਦੁਆਰਾ ਕੀਤੇ ਜਾਂਦੇ ਇਹਨਾਂ ਹੱਠਾਂ ਦਾ ਹੀ ਜ਼ਿਕਰ ਕੀਤਾ ਕਿ ਕਿਵੇਂ ਮਨ ਦੇ ਹੱਠ ਕਰਕੇ ਇਨਸਾਨ ਹਿਮਾਚਲ ਤੇ ਤੁਰਿਆ ਜਾਂਦਾ ਹੈ, ਬਰਫਾਂ ਦੇ ਪਹਾੜਾਂ ਤੇ, ਔਰ ਕਿਵੇਂ ਆਪਣੇ ਸਰੀਰ ਦੇ ਦੁਆਲੇ ਧੂਣੀਆਂ ਤਪਾ ਕੇ ਤੇ ਫਿਰ ਵਿੱਚ ਬਹਿ ਜਾਂਦਾ, ਜਾਂ ਆਪਣੇ ਆਪ ਨੂੰ ਉਲਟਾ ਲਟਕਾ ਲੈਂਦਾ, ਜਾਂ ਹੋਰ ਕਈ ਤਰ੍ਹਾਂ ਦੇ ਕਰਮ ਕਰਦਾ ਫਿਰਦਾ ਹੈ। ਬਾਬਾ ਕਬੀਰ ਜੀ ਕਹਿੰਦੇ ਵੀ ਸਿਰ ਪੈਰੀ ਕਿਆ ਫੇੜਿਆ। ਸਰੀਰ ਦਾ ਤੇ ਕੋਈ ਦੋਸ਼ ਨਹੀਂ ਹੈ ਨਾ, ਕਾਇਆ ਦਾ ਤੇ ਕੋਈ ਦੋਸ਼ ਨਹੀਂ ਹੈ, ਤੇ ਤਨ ਨੂੰ ਤਨੂਰ ਦੇ ਵਾਂਗੂ, ਤਨ ਨੂੰ ਤੰਦੂਰ ਵਾਂਗੂ ਤਪਾ ਕੇ ਅਸੀਂ ਸਾਬਤ ਕੀ ਕਰਾਂਗੇ, ਬਾਲਣਾ ਵਾਂਗੂ ਹੱਡ ਬਾਲ। ਹਾਂ, ਇੱਕ ਪਾਸੇ ਸਤਿਗੁਰੂ ਜੀ ਖੁਦ ਇਹ ਗੱਲ ਕਹਿ ਰਹੇ ਨੇ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਜਾਂ ਬਾਬਾ ਫਰੀਦ ਜੀ ਕਹਿੰਦੇ ਵੀ ਜਿਹੜਾ ਸਿਰ ਤੇਰਾ ਸਾਈਂ ਅੱਗੇ ਨਹੀਂ ਨਿਭਦਾ ਉਹਨੂੰ ਤੂੰ ਕੁੰਨੇ ਦੇ ਵਿੱਚ ਸਾੜ ਦੇ, ਬਾਲਣ ਦੀ ਥਾਂ ਤੇ ਸਾੜ ਦੇ। ਪਰ ਉੱਥੇ ਵੀ ਰੱਬ ਦੇ ਪ੍ਰੇਮ ਦੀ ਗੱਲ ਕੀਤੀ, ਰੱਬ ਦੇ ਪਿਆਰ ਦੀ ਗੱਲ ਕੀਤੀ। ਹੁਣ ਇੱਥੇ ਵੀ ਜ਼ਿਕਰ ਤੇ ਰੱਬ ਦੇ ਪਿਆਰ ਦਾ ਹੀ ਹੈ ਨਾ, ਰੱਬ ਦੇ ਪ੍ਰੇਮ ਦਾ ਹੈ, ਜਿਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਵੀ ਜੇ ਸਾਡੇ ਹਿਰਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰਤੀ ਪ੍ਰੇਮ ਨਹੀਂ ਹੈ, ਜਿਵੇਂ ਆਪਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ, ਉੱਥੇ ਸਤਿਗੁਰੂ ਜੀ ਜ਼ਿਕਰ ਕਰਦੇ ਆ, ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਸ਼ਾ ਕੋ ਸੀਸ ਨਵਾਇਓ, ਕਉ ਪੁਤਾਨ ਕੋ ਪੂਜਤ ਹੈ ਪਸ਼, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਤੋਂ ਪਹਿਲੋਂ ਪਾਵਨ ਬਚਨ ਕਹਾ ਪਇਓ ਜੋ ਦਊ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ, ਪਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲੇਹੋ ਸਭ ਹੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਖੇਡ ਤੇ ਸਾਰੀ ਪ੍ਰੇਮ ਦੀ ਸੀ। ਸਤਿਗੁਰੂ ਜੀ ਨੇ ਬਾਣੀ ਵਿੱਚ ਇੱਕ ਵਾਰ ਨਹੀਂ ਬੜੀ ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਜੇ ਅਸੀਂ ਮਨ ਦਾ ਹੱਠ ਕਰਕੇ ਰੱਬ ਨੂੰ ਪਾਉਣਾ ਚਾਹੁੰਦੇ ਹਾਂ ਤੇ ਸਾਡੀ ਸਭ ਤੋਂ ਵੱਡੀ ਅਸੀਂ ਮੂਰਖਤਾ ਹੀ ਕਹਿ ਸਕਦੇ। ਮਨ ਹੱਠ ਕਿਨੇ ਨਾ ਪਾਇਓ। ਕਿਸੇ ਨੂੰ ਵੀ ਅੱਜ ਤੱਕ ਅਕਾਲ ਪੁਰਖ ਪਰਮੇਸ਼ਵਰ ਦੀ ਪ੍ਰਾਪਤੀ ਮਨ ਦੇ ਹੱਠ ਕਰਕੇ ਨਹੀਂ ਹੋਈ ਵੀ ਮੈਂ ਮਨ ਦਾ ਹੱਠ ਕਰਕੇ। ਜਿਵੇਂ ਆਪਾਂ ਬਾਬਾ ਕਬੀਰ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਕਬੀਰ ਮਨ ਮੂੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਮਨ ਕੀਆ ਮੁੰਡਾ ਮੂੰਡ ਅਜਾਏ। ਸਰੀਰ ਨੂੰ ਤਕਲੀਫ ਦੇ ਕੇ ਜਾਂ ਕਾਇਆ ਨੂੰ ਉਹਦੇ ਉੱਤੇ ਆਪਣੀ ਕਾਇਆ ਉੱਤੇ ਖੁਦ ਅਤਿਆਚਾਰ ਕਰਕੇ ਕੀ ਮਿਲੇਗਾ? ਸਰੀਰ ਨੂੰ ਕਸ਼ਟ ਦੇਈ ਜਾਣਾ, ਭੁੱਖਿਆਂ ਰੱਖ ਲੈਣਾ, ਉਲਟਿਆਂ ਲਟਕਾ ਲੈਣਾ, ਫਿਰ ਸਰਦੀ ਦੇ ਵਿੱਚ ਜਾ ਕੇ ਬਰਫ਼ ਵਿੱਚ ਬਹਿ ਜਾਣਾ, ਗਰਮੀ ਵਿੱਚ ਆ ਕੇ ਆਪਣੇ ਆਸ-ਪਾਸ ਧੂਣੀਆਂ ਤਪਾ ਕੇ ਬਹਿ ਜਾਣਾ। ਸਰੀਰ ਨੂੰ ਜੋ ਵੀ ਕਰ ਰਹੇ ਆ ਕਾਇਆ ਨਾਲ ਕਰ ਰਹੇ।
ਸਰਦੀ ਦੇ ਇਲਾਕੇ ਵਿੱਚ ਬਰਫ਼ ਵਿੱਚ ਬਹਿ ਜਾਣ ਨਾਲ ਜਾ ਕੇ ਮਨ ਠੰਡਾ ਨਹੀਂ ਹੋ ਜਾਣਾ, ਮਨ ਤੇ ਫਿਰ ਉੱਤੇ ਹੀ ਸੜਦਾ ਪਿਆ। ਤੇ ਗਰਮੀ ਦੀ ਰੁੱਤ ਵਿੱਚ ਆ ਕੇ ਅੱਗ ਦੇ ਅੰਦਰ ਅੱਗ ਆਲੇ ਦੁਆਲੇ ਬਾਲ ਕੇ ਬਹਿ ਜਾਣਾ, ਮਨ ਥੋੜੀ ਸੜੇਗਾ, ਕਾਇਆ ਸੜੇਗੀ, ਮਨ ਤੇ ਫਿਰ ਉਦਾਂ ਹੀ ਹੈ। ਉਹ ਤੇ ਹੋ ਸਕਦਾ ਵੀ ਹੋਰ ਬਲਵਾਨ ਹੋ ਜਾਏ, ਕਿਉਂਕਿ ਇਹ ਕਰਮ ਕਰਨਾ ਵੀ ਕੋਈ ਖੇਡ ਨਹੀਂ ਹੈ। ਮਨ ਤੇ ਹੋਰ ਬਲਵਾਨ ਹੋਏਗਾ ਵੀ ਮੇਰੇ ਵਰਗਾ ਕੌਣ ਹੈ, ਮੈਂ ਤੇ ਬਹੁਤ ਵੱਡਾ ਤਪੀ ਹਾਂ, ਮੇਰੇ ਵਰਗਾ ਤੇ ਕੋਈ ਸਬਰ ਵਾਲਾ ਹੈ ਹੀ ਨਹੀਂ। ਕਿਹੜਾ ਇਨਸਾਨ ਹੈ ਜਿਹੜਾ ਸਰਦੀ ਦੀ ਰੁੱਤ ਵਿੱਚ ਜਾ ਕੇ ਬਰਫ਼ ਵਿੱਚ ਬੈਠ ਸਕਦਾ, ਬਰਫ਼ ਦੀ ਗੁਫਾ ਵਿੱਚ ਜਾ ਕੇ ਬਹਿ ਸਕਦਾ? ਉਹ ਤੇ ਮਨ ਹੋਰ ਬਲਵਾਨ ਹੋ ਗਿਆ, ਮਨ ਅੰਦਰਲਾ ਹੰਕਾਰ ਹੋਰ ਬਲਵਾਨ ਹੋ ਗਿਆ। ਚਾਹੀਦਾ ਤੇ ਸੀ ਵੀ ਜੇ ਸੱਜਣਾ ਤੂੰ ਬਾਹਰੀ ਤੌਰ ਤੇ ਬਰਫ਼ ਵਿੱਚ ਬੈਠਾ ਤੇ ਤੇਰਾ ਮਨ ਵੀ ਸ਼ਾਂਤ ਹੋ ਜਾਂਦਾ, ਪਰ ਮਨ ਦੇ ਅੰਦਰ ਤੇ ਭਾਂਬੜ ਮੱਚੀ ਜਾਂਦੇ। ਤੇ ਜੇ ਤੂੰ ਆਪਣੇ ਸਰੀਰ ਨੂੰ ਸਾੜਨ ਤੱਕ ਉਤਰ ਆਇਆ ਹੈ, ਆਪਣੀ ਕਾਇਆ ਨੂੰ ਸਾੜਨ ਤੱਕ ਆ ਗਿਆ, ਤੇ ਤੇਰਾ ਮਨ ਸੜਨਾ ਚਾਹੀਦਾ ਸੀ ਪਹਿਲਾਂ, ਮਨ ਖਤਮ ਹੋ ਜਾਂਦਾ। ਪਰ ਅਫਸੋਸ ਧਰਮ ਦੇ ਕਰਮ ਤੇ ਇਨਸਾਨ ਕਰਦਾ ਰਿਹਾ, ਪਰ ਉਹ ਧਰਮ ਦੇ ਕਰਮ ਕਰਦਾ ਹੋਇਆ ਅਸਲ ਦੇ ਵਿੱਚ ਧਰਮ ਦਾ ਜੋ ਮਕਸਦ ਸੀ, ਜੋ ਮਨੋਰਥ ਸੀ, ਉਹ ਭੁੱਲ ਬੈਠਾ। ਬਸ ਇੱਕ ਧਰਮ ਦੇ ਕਰਮ ਕਰਨ ਤੇ ਜ਼ੋਰ ਦਿੱਤਾ ਹੋਇਆ ਵੀ ਮੈਂ ਦਾਨ ਕਰਨਾ ਹੈ, ਮੈਂ ਆਪਣੇ ਤਨ ਨੂੰ ਤਕਲੀਫ ਦੇਣੀ ਹੈ, ਬਸ ਇਨਸਾਨ ਇੱਥੋਂ ਤੱਕ ਸੀਮਤ। ਜਿਵੇਂ ਆਪਾਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਨਾ, ਤੇ ਮਲਕ ਪਾਤਸ਼ਾਹ ਜੀ ਬਾਣੀ ਵਿੱਚ ਜ਼ਿਕਰ ਕਰਦਿਆਂ ਆਖਦੇ, ਕਹਿੰਦੇ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੁੱਜੈ। ਹੁਣ ਇਦੋਂ ਵੱਧ ਕੇ ਦਾਨ ਪੁੰਨ ਕੀ ਕਰ ਦਾਂਗੇ? ਅਸ ਦਾਨ ਮਤਲਬ ਘੋੜੇ ਦਾਨ ਕਰਨੇ, ਗਜ ਹਾਥੀ ਦਾਨ ਕਰਨੇ। ਇੱਥੋਂ ਤੱਕ ਦਾਨ ਪੁੰਨ ਦੀ ਵਾਰੀ ਆਈ, ਕਹਿੰਦੇ ਆਪਣਾ ਘਰ-ਬਾਰ, ਆਪਣਾ ਪਰਿਵਾਰ ਤੱਕ ਵੀ ਦਾਨ ਕਰਦੇ, ਜ਼ਮੀਨ ਜਾਇਦਾਦ ਵੀ ਦਾਨ ਕਰਦੇ। ਆਪ ਬਰਾਬਰ ਕੰਚਨ ਦੀਜੈ, ਇੱਕ ਪਾਸੇ ਤੂੰ ਬਹਿ ਜਾ ਤੇ ਦੂਜੇ ਪਾਸੇ ਸੋਨਾ ਤੋਲਿਆ ਜਾਏ, ਜਿੰਨਾ ਤੇਰਾ ਵਜਨ ਓਨਾ ਸੋਨਾ ਵੀ ਭਾਵੇਂ ਦਾਨ ਦੇ ਦੇ। ਕੰਚਨ ਮਤਲਬ ਸੋਨਾ। ਰਾਮ ਨਾਮ ਸਰ ਤਉ ਨਾ ਪੁੱਜ, ਰੱਬ ਦੇ ਨਾਮ ਦੀ ਬਰਾਬਰੀ ਥੋੜੀ ਹੈ, ਦਾਨ ਤੇ ਤੂੰ ਬਹੁਤ ਕਰ ਲਿਆ। ਔਰ ਕੀਤਾ ਹੋਇਆ ਦਾਨ ਤੇ ਤਾਂ ਹੀ ਫਲੇਗਾ ਨਾ, ਜਾਂ ਕੀਤਾ ਹੋਇਆ ਦਾਨ ਦਾ ਲਾਭ ਤੇ ਤਾਂ ਹੀ ਮਿਲੇਗਾ ਨਾ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਸੱਜਣਾ ਜੇ ਤੇ ਦਾਨ ਕਰਕੇ ਗੁਮਾਨ ਨਾ ਕਰੇ, ਹੋ ਸਕਦਾ ਵੀ ਦਾਨ ਤੇਰਾ ਲੇਖੇ ਪੈ ਜਾਏ। ਤੇ ਜੇ ਗੁਮਾਨ ਕਰ ਲਿਆ, ਫਿਰ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸਾਰਾ ਕੁਛ ਹੀ ਵਿਅਰਥ ਹੈ। ਅੱਜ ਦੇ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਨੇ ਪੰਜਵੇਂ ਪਦੇ ਦੀ ਜਦੋਂ ਆਰੰਭਤਾ ਕੀਤੀ, ਤੇ ਮਾਲਕ ਆਖਦੇ ਮਨ ਹੱਠ ਬੁੱਧੀ ਕੇਤੀਆ ਕੇਤੇ ਭੇਦ ਵਿਚਾਰ। ਖਿਆਲ ਰੱਖੀਏ, ਧਰਮ ਦੇ ਕਰਮ ਕਰਨਾ ਮਾੜੀ ਗੱਲ ਨਹੀਂ, ਪਰ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਚੇਤੇ ਵਿੱਚ ਰੱਖ ਕੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਧਰਮ ਦੇ ਕਰਮ ਕਰਨਾ ਕੋਈ ਮਾੜੀ ਗੱਲ ਨਹੀਂ। ਵੇਦਾਂ ਨੂੰ ਵਿਚਾਰ ਲੈਣਾ, ਮਤਲਬ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲੈਣਾ, ਧਾਰਮਿਕ ਗ੍ਰੰਥਾਂ ਨੂੰ ਵਿਚਾਰ ਲੈਣਾ ਕੋਈ ਮਾੜੀ ਗੱਲ ਨਹੀਂ ਹੈ। ਜਾਂ ਮਨ ਕਰਕੇ ਹੱਠ ਧਾਰਨ ਕਰਨਾ, ਹੱਠ ਇਸ ਗੱਲ ਦਾ ਧਾਰਨ ਕਰਨਾ ਸੀ ਵੀ ਮੈਂ ਰੱਬ ਨੂੰ ਮਿਲਣਾ, ਇਸ ਗੱਲ ਦਾ ਨਹੀਂ ਵੀ ਮੈਂ ਕਾਇਆ ਨੂੰ ਕਿੰਨਾ ਕੁ ਤਕਲੀਫ ਦੇ ਸਕਦਾ। ਔਰ ਧਾਰਮਿਕ ਗ੍ਰੰਥ ਪੜ੍ਹੇ, ਧਾਰਮਿਕ ਗ੍ਰੰਥਾਂ ਨੂੰ ਵਿਚਾਰਿਆ। ਪੜ੍ਹਨ ਔਰ ਵਿਚਾਰਨ ਦਾ ਮਕਸਦ ਇਹ ਨਹੀਂ ਸੀ ਵੀ ਮੈਨੂੰ ਲੋਕ ਕਹਿਣ ਵੀ ਬੜਾ ਗਿਆਨਵਾਨ ਹੈ, ਮੈਂ ਲੋਕਾਂ ਨੂੰ ਵਿਖਾਉਣ ਵਾਸਤੇ ਥੋੜੀ ਪੜ੍ਹਿਆ। ਜੇ ਮੈਂ ਧਾਰਮਿਕ ਗ੍ਰੰਥ ਪੜ੍ਹ ਰਿਹਾ ਹਾਂ
ਤੇ ਫਿਰ ਲੋਕਾਂ ਨੂੰ ਵਿਖਾਉਣ ਵਾਸਤੇ ਨਹੀਂ ਮੈਂ ਪੜ੍ਹ ਰਿਹਾ ਵੀ ਵੇਖੋ ਜੀ ਮੈਂ ਬਹੁਤ ਵੱਡਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲਾ ਗਿਆਤਾ ਹਾਂ। ਲੋਕ ਵਿਖਾਵੇ ਵਾਸਤੇ ਥੋੜੀ ਹੈ। ਧਾਰਮਿਕ ਗ੍ਰੰਥ ਪੜ੍ਹਨ ਲੱਗਿਆਂ ਹਮੇਸ਼ਾ ਅਸੀਂ ਇੱਕ ਗੱਲ ਚੇਤੇ ਵਿੱਚ ਰੱਖੀਏ, ਕਿਆ ਪੜ੍ਹੀਏ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਧਾਰਮਿਕ ਗ੍ਰੰਥ ਪੜ੍ਹਨ ਲੱਗਿਆਂ ਇਸ ਗੱਲ ਦਾ ਅਸੀਂ ਸੋਝੀ ਰੱਖੀਏ, ਜਾਂ ਇਸ ਗੱਲ ਨੂੰ ਆਪਣੇ ਮਨਾਂ ਦੇ ਵਿੱਚ ਅਸੀਂ ਖਿਆਲ ਵਿੱਚ ਰੱਖ ਕੇ, ਧਿਆਨ ਵਿੱਚ ਰੱਖ ਕੇ ਧਾਰਮਿਕ ਗ੍ਰੰਥ ਪੜ੍ਹੀਏ, ਕਿਤੇ ਮੇਰੀ ਹਾਲਤ ਉਹਨਾਂ ਵਰਗੀ ਤਾਂ ਨਹੀਂ, ਮਾਇਆ ਕਾਰਨ ਵਿਦਿਆ ਵਿੱਚ ਜਨਮ ਅਵਿਰਥਾ ਜਾਈ। ਕਿਤੇ ਇੱਥੋਂ ਤੱਕ ਸੀਮਤ ਤੇ ਨਹੀਂ ਮੈਂ ਵਧੀਆ 4 ਟਕੇ ਮਿਲ ਜਾਂਦੇ ਨੇ ਤੇ ਮੈਂ ਮਾਇਆ ਕਰਕੇ ਆਪਣੀ ਵਿਦਿਆ ਵੇਚਦਾ ਫਿਰ ਨਹੀਂ। ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਮਨ ਹੱਠ ਬੁੱਧੀ ਕੇਤੀਆ। ਕਈ ਤਰ੍ਹਾਂ ਦੀਆਂ ਬੁੱਧੀਆਂ ਇਨਸਾਨ ਧਾਰਨ ਕਰੀ ਬੈਠਾ, ਮਨ ਦੇ ਹੱਠ ਕਰੀ ਬੈਠਾ, ਔਰ ਕੇਤੇ ਵੇਦ ਵਿਚਾਰ, ਕਈ ਤਰ੍ਹਾਂ ਦੇ ਵੇਦਾਂ ਦੀ ਵਿਚਾਰ ਵੀ ਕਰੀ ਬੈਠਾ। ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਬੈਠਾ, ਧਾਰਮਿਕ ਗ੍ਰੰਥਾਂ ਦੀ ਵਿਚਾਰ ਸਿਰਫ ਇਸ ਕਰਕੇ ਕਿ ਮੈਂ ਚੰਗਾ ਵਿਵਾਦਤ ਵਾਦ ਵਿਵਾਦ ਕਰਨ ਵਾਲਾ ਬਣ ਸਕਾਂ, ਔਰ ਬਹਿਸਬਾਜ਼ੀ ਕਰਨ ਦੇ ਵਿੱਚ ਮੈਂ ਆਪਣੇ ਤੋਂ ਕਿਸੇ ਨੂੰ ਜਿੱਤਣ ਨਾ ਦੇਵਾਂ। ਪਰ ਧਰਮ ਦਾ ਅਸਲ ਮਕਸਦ ਇਹ ਨਹੀਂ ਸੀ। ਧਾਰਮਿਕ ਗ੍ਰੰਥ ਪੜ੍ਹਨ ਦਾ ਮਨੋਰਥ ਸੀ ਕਿ ਮੈਂ ਗ੍ਰੰਥ ਪੜ੍ਹ ਕੇ ਆਪਣੇ ਜੀਵਨ ਅੰਦਰ ਉਹਨੂੰ ਧਾਰਨ ਕਰਦਾ, ਵਿਚਾਰ ਕਰਕੇ, ਤੇ ਮੈਂ ਉਹਦੇ ਅਨੁਸਾਰੀ ਚੱਲਣ ਦਾ ਯਤਨ ਕਰਦਾ, ਕੋਸ਼ਿਸ਼ ਕਰਦਾ ਵੀ ਮੈਂ ਇਹਦੇ ਅਨੁਸਾਰੀ ਚੱਲਣਾ ਹੈ। ਲਾਭ ਤੇ ਤਾਂ ਸੀ। ਫਿਰ ਸਾਹਿਬ ਜੀ ਨੇ ਨਾਲ ਆਖਿਆ, ਕੇਤੇ ਬੰਧਨ ਜੀ ਕੇ। ਇਸ ਤਰ੍ਹਾਂ ਦੇ ਹੋਰ ਕਈ ਬੰਧਨ ਪਾ ਕੇ ਬੈਠਾ ਇਨਸਾਨ ਆਪਣੇ ਆਪ ਨੂੰ, ਸਿਰਫ ਇਸ ਕਰਕੇ ਵੀ ਇਦਾਂ ਕਰਨ ਦੇ ਨਾਲ ਮੁਕਤੀ ਮਿਲ ਜਾਂਦੀ, ਮੁਕਤ ਦੁਆਰਾ ਮਿਲ ਜਾਂਦਾ, ਜਾਂ ਮੋਕਸ਼ ਨੂੰ ਇਨਸਾਨ ਪ੍ਰਾਪਤ ਕਰ ਜਾਂਦਾ। ਸਿਰਫ ਇਸ ਕਰਕੇ ਕਰਮ ਕਰ ਰਿਹਾ, ਆਪਣੇ ਆਪ ਨੂੰ ਜਿੰਨੇ ਵੀ ਕਸ਼ਟ ਦਿੱਤੇ ਜਾਂ ਜਿੰਨੇ ਵੀ ਧਰਮ ਦੇ ਕਰਮ ਕੀਤੇ, ਇਨਸਾਨ ਇਸ ਕਰਕੇ ਕਰ ਰਿਹਾ ਵੀ ਮੈਂ ਮੁਕਤ ਹੋ ਜਾ, ਮੈਨੂੰ ਮੁਕਤੀ ਮਿਲ ਜਾਏ। ਪਰ ਸਾਹਿਬ ਕਹਿੰਦੇ ਕੇਤੇ ਬੰਧਨ ਜੀ ਕੇ, ਆਪਣੇ ਆਪ ਨੂੰ ਕਈ ਬੰਧਨ ਪਾ ਕੇ ਬੈਠਾ, ਇੱਥੋਂ ਤੱਕ ਕਿ ਕਈ ਤਰ੍ਹਾਂ ਦੇ ਆਪ ਹੀ ਕਰਮਾਂ ਦੇ ਬੰਧਨਾਂ ਵਿੱਚ ਫਸਿਆ ਬੈਠਾ ਹੈ। ਤੇ ਜੇ ਮੁਕਤੀ ਦਾ ਦਰਵਾਜ਼ਾ ਚਾਹੀਦਾ ਤੇ ਇਹਨਾਂ ਬੰਧਨਾਂ ਵਿੱਚ ਕਦੇ ਇਨਸਾਨ ਵੇਖਿਆ ਕੋਈ ਕਿ ਜਿਹੜਾ ਆਪਣੇ ਆਪ ਨੂੰ ਖੁਦ ਬੰਨ੍ਹਦਾ ਹੋਵੇ ਤੇ ਮੁੜ ਕੇ ਆਖੇ ਵੀ ਮੈਨੂੰ ਤੇ ਮੁਕਤੀ ਮਿਲ ਗਈ? ਆਜ਼ਾਦ ਕਿਹਨੂੰ ਕਿਹਾ ਜਾਂਦਾ ਹੈ? ਜੇ ਆਪਾਂ ਸਰੀਰਕ ਤੌਰ ਤੇ ਵੀ ਗੱਲ ਕਰਾਂਗੇ ਤੇ ਸਰੀਰਕ ਤੌਰ ਤੇ ਆਜ਼ਾਦ ਤੇ ਅਸੀਂ ਉਹਨੂੰ ਹੀ ਕਵਾਂਗੇ ਨਾ ਜਿਹਦੇ ਹੱਥ ਪੈਰ ਸਾਰਾ ਕੁਝ ਖੁੱਲਾ ਹੋਇਆ, ਬੰਨਿਆ ਨਹੀਂ ਕਿਸੇ ਨੇ, ਉਹਨੂੰ ਕਹਿੰਦੇ ਅਸੀਂ ਆਜ਼ਾਦ। ਜਿਹਨੂੰ ਕਿਸੇ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਹੋਵੇ ਜਾਂ ਜਿਹਦੇ ਹੱਥਾਂ ਪੈਰਾਂ ਨੂੰ ਬੰਨ੍ਹ ਦਿੱਤਾ ਹੋਵੇ, ਉਹ ਇਨਸਾਨ ਢੰਡੋਰਾ ਪਿਟਵਾ ਕੇ ਆਖੇ ਵੀ ਮੈਂ ਤੇ ਆਜ਼ਾਦ ਹਾਂ, ਮੰਨ ਲਾਂਗੇ ਅਸੀਂ? ਇੱਕ ਕਾਲ ਕੋਠੜੀ ਵਿੱਚ ਬੰਦ ਹੈ ਔਰ ਹੱਥਾਂ ਵਿੱਚ ਵੀ ਬੇੜੀਆਂ ਪਾਈਆਂ, ਪੈਰਾਂ ਵਿੱਚ ਵੀ ਬੇੜੀਆਂ ਪਾਈਆਂ, ਸਰੀਰ ਸਾਰਾ ਬੇੜੀਆਂ ਨਾਲ ਜਕੜਿਆ ਹੋਇਆ, ਬਸ ਇੱਕ ਜ਼ੁਬਾਨ ਹੈ ਜਿਹੜੀ ਜ਼ੁਬਾਨ ਤੋਂ ਉਹ ਇਹ ਗੱਲ ਕਹਿ ਰਿਹਾ ਮੈਂ ਤੇ ਆਜ਼ਾਦ ਹਾਂ। ਕੀ ਅਸੀਂ ਯਕੀਨ ਉਹਦੀ ਇਸ ਗੱਲ ਤੇ ਕਰ ਲਾਂਗੇ? ਕਦੇ ਵੀ ਨਹੀਂ। ਜੇ ਉਹਦੀ ਜ਼ੁਬਾਨ ਨਾਲ ਅਸੀਂ ਇਹ ਲਫ਼ਜ਼ ਸੁਣ ਵੀ ਆਪਣੇ ਕੰਨਾਂ ਨਾਲ ਲਵਾਂਗੇ ਉਹਦੀ ਜ਼ੁਬਾਨ ਤੋਂ, ਤੇ ਅਸੀਂ ਇਹੀ ਆਖਾਂਗੇ ਨਾ ਵੀ ਕਿੱਡਾ ਮੂਰਖ ਹੈ, ਪਿਆ ਬੇੜੀਆਂ ਵਿੱਚ ਹੈ ਤੇ ਆਪਣੇ ਆਪ ਨੂੰ ਆਜ਼ਾਦ ਦੱਸੀ ਜਾਂਦਾ ਹੈ। ਇਹੋ ਹਾਲਤ ਬਣੀ ਹੋਈ ਹੈ। ਕਰਮਾਂ ਦੇ ਵਿੱਚ ਆਪਣੇ ਆਪ ਨੂੰ ਬੰਨਿਆ ਹੋਇਆ ਹੈ ਤੇ ਬੰਨ ਕੇ ਅਸੀਂ ਕੀ ਕਹਿ ਰਹੇ ਹਾਂ? ਮੁਕਤੀ ਦਾ ਦਰਵਾਜ਼ਾ ਮਿਲ ਗਿਆ। ਮੁਕਤੀ ਦਾ ਦਰਵਾਜ਼ਾ ਤੇ ਸੀ ਬੰਧਨਾਂ ਤੋਂ ਆਜ਼ਾਦ ਹੋ ਕੇ
ਮੁਕਤੀ ਦਾ ਦਰ ਤੇ ਸੀ, ਦੁਆਰਾ ਤੇ ਸੀ। ਆਪਣੇ ਆਪ ਨੂੰ ਆਜ਼ਾਦ ਕਰਕੇ, ਵਿਚਾਰਕ ਤੌਰ ਤੇ ਵੀ, ਮਾਨਸਿਕ ਤੌਰ ਤੇ ਵੀ ਆਪਣੇ ਆਪ ਨੂੰ ਅਸੀਂ ਆਜ਼ਾਦ ਕਰ ਲੈਂਦੇ, ਫਿਰ ਤੇ ਆਜ਼ਾਦੀ ਸੀ। ਪਰ ਹੁਣ ਅਸੀਂ ਸਿਰਫ ਸਰੀਰਾਂ ਕਰਕੇ ਆਜ਼ਾਦ ਹਾਂ। ਜੇ ਕਹਿ ਲਈਏ ਵੀ ਕਾਇਆ ਕਰਕੇ ਆਜ਼ਾਦ ਹਾਂ, ਵੀ ਕਾਇਆ ਕਰਕੇ ਸਾਡਾ ਜਿਹੜਾ ਕਰਮ ਕਰਨ ਨੂੰ ਜੀ ਕਰਦਾ ਅਸੀਂ ਕਰੀ ਜਾਂਦੇ ਹਾਂ, ਪਰ ਮਾਨਸਿਕ ਤੌਰ ਉੱਤੇ ਅਸੀਂ ਬੰਧਨਾਂ ਦੇ ਵਿੱਚ ਹਾਂ, ਜਕੜੇ ਹੋਏ ਆ, ਗੁਲਾਮ ਹਾਂ ਅਸੀਂ। ਤੇ ਉਹ ਜਿੰਨਾ ਚਿਰ ਅਸੀਂ ਮਾਨਸਿਕ ਤੌਰ ਤੇ ਆਜ਼ਾਦ ਨਹੀਂ ਨਾ ਹੁੰਦੇ, ਖਿਆਲ ਰੱਖੀਏ, ਉਹਨਾਂ ਚਿਰ ਮੁਕਤੀ ਦਾ ਦਰਵਾਜ਼ਾ ਨਹੀਂ। ਤੇ ਅਸੀਂ ਨਿਤਾ ਪ੍ਰਤੀ ਨਵੇਂ ਬੰਧਨਾਂ ਵਿੱਚ ਆਪਣੇ ਆਪ ਨੂੰ ਬੰਨ੍ਹ ਕੇ ਤੇ ਇਹ ਕਹੀ ਜਾਂਦੇ ਆ ਮੈਂ ਮੁਕਤੀ ਦੇ ਨੇੜੇ ਉਹ ਚੱਲੇ ਆ। ਬੰਧਨ ਤੇ ਰੋਜ਼ ਵੱਧ ਰਹੇ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਬਚਨ ਆਖੇ ਨੇ ਕਿ ਬਲ ਛੁੱਟ ਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਰੱਬ ਜੀ ਤੁਸੀਂ ਸਹਾਇਤਾ ਕਰਨੀ। ਮੈਂ ਤੇ ਬੰਧਨਾਂ ਚ ਜਕੜਿਆ ਜਾ ਰਿਹਾ, ਰੋਜ਼ ਬੰਨਿਆ ਜਾ ਰਿਹਾ। ਮੈਂ ਤੇ ਧਾਰਮਿਕ ਗ੍ਰੰਥ ਪੜ੍ਹ ਕੇ ਵੀ ਉਹਨਾਂ ਦੀ ਵਿਚਾਰਧਾਰਾ ਨਹੀਂ ਸਮਝ ਸਕਿਆ। ਧਾਰਮਿਕ ਗ੍ਰੰਥਾਂ ਨੇ ਪੁਕਾਰ ਪੁਕਾਰ ਕੇ ਆਖਿਆ, ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਉਹਨਾਂ ਨੇ ਪੁਕਾਰ ਪੁਕਾਰ ਕੇ, ਮੈਂ ਤੇ ਫਿਰ ਨਹੀਂ ਸਮਝ ਸਕਿਆ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੜ੍ਹੋ। ਉਹਨਾਂ ਜਦੋਂ ਜ਼ਿਕਰ ਕੀਤਾ, ਉਹ ਕਹਿੰਦੇ ਕਿ ਇਨਸਾਨ ਦੁਆਰਾ ਨਾ ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲਖ ਯਤਨ ਕਰਾਏ। ਕਣਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਾਤਾਰਾ, ਅੰਨ ਵਸਤਰ ਭੂਮ ਬਾਹੋ ਅਰਪੇ, ਨਾ ਮਿਲਿਆ ਹਰ ਦੁਆਰਾ। ਕਿੱਥੇ ਦਰਵਾਜ਼ਾ ਰੱਬ ਦੇ ਕਰਦਾ? ਨਜ਼ਰੀ ਪਿਆ ਕਿਤੇ ਮੁਕਤੀ ਦਾ ਦਵਾਰ, ਕਰਮ ਤੇ ਸਾਰੇ ਕਰ ਲਏ। ਮੋਨ ਵੀ ਧਾਰ ਕੇ ਵੇਖ ਲਿਆ, ਮੋਨ ਪਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਸਾਰੀ ਧਰਤੀ ਭ੍ਰਮਣ ਕਰਕੇ ਵੇਖ ਲਈ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ। ਮਨ ਨੇ ਕਿਹਾ ਸੀ ਵੀ ਆਪਾਂ ਤੀਰਥ ਤੇ ਚੱਲਦੇ ਹਾਂ, ਤੁਰ ਪਿਆ। ਸਿਰ ਕਰਵੱਤ ਧਰਾਏ, ਸਿਰ ਦੇ ਉੱਤੇ ਕਰਵੱਤ ਵੀ ਧਰਾ ਲਿਆ। ਕਰਵੱਤ ਕਹਿੰਦੇ ਆਰੇ ਨੂੰ। ਇੱਕ ਆਰਾ ਮੰਨਿਆ ਜਾਂਦਾ ਵੀ ਬਨਾਰਸ ਦੀ ਧਰਤੀ ਤੇ ਐਸਾ ਹੈ ਵੀ ਜੇ ਉਹਦੇ ਨਾਲ ਬੰਦਾ ਸਰੀਰ ਕਟਵਾ ਲੇ ਤੇ ਮੁਕਤੀ ਦਾ ਦਰਵਾਜ਼ਾ ਮਿਲ ਜਾਂਦਾ ਹੈ। ਮੁਕਤੀ ਦਾ ਦਰਵਾਜ਼ਾ ਤੇ ਪਤਾ ਨਹੀਂ ਮਿਲੇਗਾ ਨਾ ਮਿਲੇਗਾ। ਹਾਂ, ਇਹ ਜ਼ਰੂਰ ਹੈ ਕਿ ਸਰੀਰਕ ਤੌਰ ਤੇ ਮੁਕਤੀ ਮਿਲ ਜਾਏ। ਜਦੋਂ ਜਾਨ ਹੀ ਨਿਕਲ ਗਈ ਤੇ ਰਹਿ ਕੀ ਗਿਆ? ਫਿਰ ਸਾਹਿਬ ਕਹਿੰਦੇ ਸਿਰ ਕਰਵੱਤ ਧਰਾਏ, ਹੁਣ ਆਰੇ ਨਾਲ ਸਰੀਰ ਚਰਵਾ ਲੇਗਾ, ਮਨ ਦਾ ਕੀ ਕਰੇਗਾ? ਮਨ ਕੀ ਮੈਲ ਨਾ ਉਤਰੈ, ਇਹ ਬਿਦ ਮਨ ਮੈਂ ਥੋੜੀ ਸਾਫ਼ ਹੋਏਗਾ। ਜੇ ਲੱਖ ਯਤਨ ਕਰਾਏ, ਜਿੰਨੇ ਮਰਜ਼ੀ ਯਤਨ ਕਰ ਲਾ। ਕਨਕ ਕਾਮਨੀ ਹੈਵਰ ਗੈਵਰ, ਸਾਰਾ ਕੁਝ ਦਾਨ ਕਰਨਾ ਨਾ। ਬਹੁ ਬਿਦ ਦਾਨ ਦਾ ਤਾਰਾ, ਅੰਨ ਵਸਤਰ, ਅੰਨ ਵੀ ਬਹੁਤ ਦਾਨ ਕੀਤੇ, ਵਸਤਰ ਬਹੁਤ ਦਾਨ ਕੀਤੇ, ਭੂਮ ਬਹੁ ਅਰ ਭੂਮੀ ਵੀ ਦਾਨ ਕਰਤੀ, ਨਾ ਮਿਲੀ ਹੈ ਹਰ ਦੁਆਰਾ। ਲੈਣ ਕੀ ਚੱਲਿਆ ਸੀ? ਮੁਕਤੀ ਦਾ ਦਰਵਾਜ਼ਾ। ਮਿਲਿਆ ਕਿਸੇ ਪਾਸੋਂ? ਗੁਰੂ ਨਾਨਕ ਸਾਹਿਬ ਕਹਿੰਦੇ ਕੀਤੇ ਬੰਧਨ ਜੀ ਕੇ, ਹੁਣ ਫਸਿਆ ਕਿੱਥੇ ਹੈ? ਬੰਧਨਾਂ ਵਿੱਚ। ਤੇ ਮੁਕਤੀ ਦਾ ਦਰਵਾਜ਼ਾ ਕਿੱਥੇ ਹੈ? ਕਹਿੰਦੇ ਗੁਰਮੁਖ ਮੋਖ ਦੁਆਰ। ਦਰਵਾਜ਼ਾ ਤੇ ਸੱਜਣਾ ਗੁਰੂ ਦੇ ਰਾਹੀਂ ਮਿਲਣਾ ਸੀ ਮੁਕਤੀ ਦਾ। ਗੁਰੂ ਨੇ ਸੋਝੀ ਦੇਣੀ ਸੀ ਵੀ ਜੇ ਮੁਕਤੀ ਚਾਹੀਦੀ ਹੈ ਨਾ, ਤੇ ਮੁਕਤੀ ਕਿੱਥੇ ਹੈ? ਗੁਰੂ ਅੱਗੇ ਹੱਥ ਜੋੜ ਕੇ ਕਹਿ, ਬਲ ਹੋਆ ਬੰਧਨ ਛੋਟੇ, ਸਭ ਕਿਛ ਹੋਤ ਉਪਾਏ, ਕਹੋ ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਇ। ਹੱਥ ਜੋੜ ਕੇ ਕਹਿ ਤੂੰ ਗੁਰੂ ਅੱਗੇ ਵੀ ਮੇਰੇ ਕੋਲ ਨਾ ਕੋਈ ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ
ਦੀਜੈ ਬੁੱਧ ਵਿਵੇਕ। ਹੱਥ ਜੋੜ ਕੇ ਕਹਿ ਗੁਰੂ ਨੂੰ ਵੀ ਮੇਰੀ ਝੋਲੀ 'ਚ ਵਿਵੇਕ ਬੁੱਧੀ ਪਾਓ। ਤੇ ਜਦੋਂ ਵਿਵੇਕ ਬੁੱਧੀ ਮਿਲੇਗੀ ਫਿਰ ਸਤਿਗੁਰੂ ਦੱਸਦੇ ਨੇ ਮੁਕਤੀ ਦਾ ਦਰਵਾਜ਼ਾ ਮਿਲਦਾ ਕਿਵੇਂ ਹੈ। ਮੱਲ ਕਹਿੰਦੇ ਮੰਨੈ ਪਾਵੇ ਮੋਖ ਦੁਆਰ। ਹੁਣ ਆਪਣੇ ਮਨਾਂ 'ਚ ਅਸੀਂ ਝਾਤ ਮਾਰ ਕੇ ਵੇਖ ਲਈਏ ਵੀ ਅੱਜ ਤੱਕ ਗੁਰੂ ਕਾ ਬਚਨ ਮੰਨਿਆ ਕਿਹੜਾ ਹੈ। ਮੰਨੈ ਪਾਵੇ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਤੂੰ ਇੱਕ ਛੱਡ, ਤੇਰਾ ਸਾਰਾ ਪਰਿਵਾਰ ਦਾ ਸਾਧਾਰ ਹੈ, ਸਾਰਾ ਪਰਿਵਾਰ ਤਰ ਜਾਏਗਾ। ਪਰਿਵਾਰ ਮਤਲਬ ਸਾਡੀ ਕਾਇਆ, ਸਾਡਾ ਸਰੀਰ ਦਾ ਇਕੱਲਾ ਇਕੱਲਾ ਅੰਗ ਸਾਧਾਰ। ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਪਰ ਖੇਡ ਕਦੋਂ ਵਰਤਦੀ? ਮੰਨਣ ਦੇ ਨਾਲ। ਤੇ ਮੈਂ ਕਿੱਥੇ ਆ? ਆਪਣੇ ਮਨ ਦੇ ਹੱਠਾਂ ਤੱਕ ਆ। ਮੰਨਿਆ ਤੇ ਮੈਂ ਵੀ ਨਹੀਂ ਕੁਛ। ਮਨ ਦਾ ਹੱਠ ਛੱਡਾਂਗੇ ਤੇ ਦੂਜੇ ਦੀ ਸੁਣਾਂਗੇ ਨਾ। ਆਪਣੇ ਮਨ ਦੀ ਜਿੱਦ ਛੱਡਾਂਗੇ ਤੇ ਦੂਜੇ ਦੀ ਮੰਨਾਂਗੇ ਨਾ। ਜਿਹੜਾ ਇਨਸਾਨ ਆਪਣੀ ਗੱਲ ਮਨਵਾਉਣੀ ਜਾਣਦਾ ਉਹ ਦੂਜੇ ਇਨਸਾਨ ਦੀ ਗੱਲ ਕਿੱਥੋਂ ਮੰਨ ਲਏਗਾ? ਆਪਾਂ ਜੇ ਸਰੀਰਕ ਸੰਸਾਰਕ ਤੌਰ ਤੇ ਵੇਖੀ, ਮੈਨੂੰ ਇੱਕ ਇਹ ਕਹਿ ਸਕਦੇ ਹਾਂ ਵੀ ਆਦਤ ਹੈ ਕਿ ਮੈਂ ਆਪਣੀ ਗੱਲ ਮਨਵਾਉਣੀ ਹੈ। ਮੈਨੂੰ ਦੂਜਾ ਜੋ ਮਰਜ਼ੀ ਕਹੀ ਜਾਏ ਮੰਨ ਹੀ ਨਹੀਂ ਸਕਦਾ ਮੈਂ। ਭਾਵੇਂ ਉਹ ਮੇਰੇ ਭਲੇ ਲਈ ਆਖੇ, ਭਾਵੇਂ ਉਹ ਮੇਰੇ ਲਾਭ ਲਈ ਆਖੇ, ਮੈਂ ਤੇ ਇਹੋ ਕਵਾਂਗਾ ਵੀ ਤੂੰ ਕਿਹੜਾ ਮੇਰੇ ਨਾਲੋਂ ਜ਼ਿਆਦਾ ਸਿਆਣਾ? ਸਿਆਣਾ ਤੇ ਮੈਂ ਆ, ਵੱਡਾ ਮੈਂ ਆ, ਅਹੁਦਾ ਮੇਰਾ ਉੱਚਾ, ਤੂੰ ਮੇਰੀ ਗੱਲ ਸੁਣ। ਇਹ ਜਾਣਦਾ ਮੈਂ ਤੇ। ਹੱਠ ਤੇ ਮਨ ਦਾ। ਜਿੱਥੇ ਮਨ ਦਾ ਹੱਠ ਹੋਏਗਾ ਉੱਥੇ ਗੁਰੂ ਕੀ ਵਿਚਾਰਧਾਰਾ ਕਿਵੇਂ ਮੰਨ ਲਾਂਗੇ ਅਸੀਂ? ਗੁਰੂ ਕੀ ਵਿਚਾਰਧਾਰਾ ਮੰਨਣ ਵਾਸਤੇ ਮਨ ਦਾ ਹੱਠ ਛੱਡਣਾ ਪਏਗਾ। ਤੇ ਮਨ ਦਾ ਹੱਠ ਛੱਡਾਂਗੇ ਤਾਂ ਕਿਤੇ ਗੁਰੂ ਵਾਲੇ ਬਣਾਂਗੇ। ਗੁਰੂ ਵਾਲੇ ਬਣਾਂਗੇ ਤੇ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚਾਂਗੇ। ਅਜੇ ਤੱਕ ਤੇ ਅਸੀਂ ਆਪਣੇ ਮਨ ਦੇ ਹੱਠਾਂ ਵਿੱਚ ਹੀ ਬੈਠੇ ਆ। ਫਿਰ ਸਤਿਗੁਰੂ ਜੀ ਨਾਲ ਇਹ ਕਹਿੰਦੇ ਭਲਿਆ ਕਿਤੇ ਆਪਣੇ ਮਨਾਂ ਵਿੱਚ ਭੁਲੇਖਾ ਨਾ ਰੱਖੀ, ਆਪਣੇ ਮਨ ਦੇ ਅੰਦਰ ਕਿਤੇ ਭਰਮ ਨਾ ਰੱਖੀ ਕਿ ਮੈਂ ਬੜੇ ਚੰਗੇ ਕਰਮ ਕੀਤੇ ਨੇ, ਮੇਰੇ ਕਰਮਾਂ ਦੇ ਆਧਾਰ ਉੱਤੇ ਮੈਂ ਮੁਕਤੀ ਦੇ ਦਰਵਾਜ਼ੇ ਤੇ ਪਹੁੰਚ ਜਾਵਾਂਗਾ। ਸਤਿਗੁਰੂ ਕਹਿੰਦੇ ਸੱਚੋ ਔਰੈ ਸਭ ਕੋ ਉੱਪਰ ਸੱਚ ਆਚਾਰ। ਕਰਮ ਤੇਰੇ ਧਰਮ ਦੇ ਇਹ ਸਾਰੇ ਜਿੰਨੇ ਤੂੰ ਕੀਤੇ ਨਾ ਸਭ ਕੁਝ ਹੀ ਨੀਵਾਂ ਹੈ ਤੇ ਅਸਲ ਦੇ ਵਿੱਚ ਉੱਚਾ ਕੀ ਹੈ? ਸੱਚ ਆਚਾਰ। ਸਭ ਕੋ ਔਰ ਹੈ ਸੱਚੋ ਔਰ ਹੈ ਸਭ ਕੋ ਉੱਪਰ ਸੱਚ। ਉੱਪਰ ਸਾਰਿਆਂ ਤੋਂ ਸੱਚਾ ਆਚਾਰ ਉੱਚਾ ਹੈ। ਮਤਲਬ ਸੱਚ ਦੀ ਰਹਿਣੀ ਉੱਚੀ ਹੈ। ਸੱਚ ਦੇ ਅਨੁਸਾਰੀ ਰਹਿਣਾ ਸਭ ਤੋਂ ਭਲਾ ਹੈ। ਆਚਾਰ ਦਾ ਮਤਲਬ ਅਸੀਂ ਆਚਰਣ ਵੀ ਕਰਦੇ ਹਾਂ। ਆਚਾਰ ਦਾ ਮਤਲਬ ਸੱਚੀ ਰਹਿਣੀ ਵੀ। ਜਿਵੇਂ ਸੱਚੋ ਔਰੈ ਸਭ ਕੋ, ਸਾਰਾ ਕੁਝ ਸੱਚ ਤੋਂ ਔਰੇ ਹੈ, ਮਤਲਬ ਹੇਠਾਂ ਹੈ। ਉੱਪਰ ਸਭ ਤੋਂ ਉੱਪਰ ਕੀ ਹੈ? ਸੱਚ ਆਚਾਰ। ਸੱਚ ਦੀ ਰਹਿਣੀ ਉੱਚੀ ਹੈ, ਮਤਲਬ ਚੰਗਾ ਆਚਰਣ ਉੱਚਾ ਹੈ। ਸਾਡੀ ਕਥਨੀ ਨਹੀਂ, ਸਾਡੀ ਕਹਿਣੀ ਨਹੀਂ, ਸਾਡੀ ਰਹਿਣੀ ਉੱਚੀ ਹੋਣੀ ਚਾਹੀਦੀ ਹੈ। ਕਥਨ ਤੇ ਹਰ ਕੋਈ ਉੱਚਾ ਕਰ ਲੈਂਦਾ, ਕਹਿਣੀ ਤੇ ਹਰ ਕਿਸੇ ਦੀ ਉੱਚੀ ਹੈ। ਜੇ ਚਾਰ ਬੰਦਿਆਂ ਵਿੱਚ, ਚਾਰ ਇਨਸਾਨਾਂ ਵਿੱਚ ਮਨੁੱਖ ਬੈਠਾ ਤੇ ਉੱਥੇ ਕੀ ਹੋਏਗਾ? ਸਭ ਤੋਂ ਉੱਚੀ ਕਹਿਣੀ। ਕਦੇ ਚਾਰ ਮਨੁੱਖਾਂ ਵਿੱਚ ਬੈਠ ਕੇ ਮਨੁੱਖ ਨੇ ਨੀਵੀਂ ਗੱਲ ਜਾਂ ਮਾੜੀ ਗੱਲ ਨਹੀਂ ਕੀਤੀ। ਉਹਨੂੰ ਪਤਾ ਚਾਰਾਂ ਬੰਦਿਆਂ ਵਿੱਚ ਮੇਰੀ ਇੱਜ਼ਤ ਹੈ। ਮਨੁੱਖ ਉੱਚੀ ਕਥਨੀ ਕਰਦਾ। ਤੇ ਜਦੋਂ ਕਰਨੀ ਦੀ ਵਾਰੀ ਆਵੇ ਫੇਰ, ਜਦੋਂ ਆਚਾਰ ਕੈਰੈਕਟਰ ਦੀ ਵਾਰੀ, ਕੈਰੈਕਟਰ ਲੋਕ ਨਹੀਂ ਜਾਣਦੇ, ਅਸੀਂ ਆਪਣਾ ਕੈਰੈਕਟਰ ਆਪ ਜਾਣਦੇ ਹਾਂ। ਸਾਡੇ ਆਚਰਣ ਨੂੰ ਲੋਕ ਓਨਾ ਕੀ ਜਾਣਦੇ ਨੇ ਜਿੰਨਾ ਕੁ ਅਸੀਂ ਲੋਕਾਂ ਨੂੰ ਵਿਖਾਇਆ ਹੈ। ਪਰ ਸਾਡਾ ਆਚਰਣ ਅਸਲ 'ਚ ਕੀ ਹੈ ਅਸੀਂ ਖੁਦ ਜਾਣਦੇ ਹਾਂ, ਕੋਈ ਦੂਜਾ ਨਹੀਂ ਜਾਣਦਾ। ਸਾਡਾ ਆਚਾਰ ਕਿੱਦਾਂ ਦਾ ਹੈ ਅਸੀਂ ਜਾਣਦੇ ਹਾਂ। ਆਪਣੇ ਮਨਾਂ ਕਰਕੇ ਇਮਾਨਦਾਰੀ ਨਾਲ ਜਦੋਂ ਝਾਤ ਮਾਰ ਕੇ
ਵੀ ਜੇ ਅਸੀਂ ਆਪਣੇ ਆਚਾਰ, ਜਿੱਦਾਂ ਦਾ ਸਾਡਾ ਕੈਰੈਕਟਰ ਹੈ, ਜਿੱਦਾਂ ਦਾ ਸਾਡਾ ਆਚਾਰ ਹੈ, ਜੇ ਅਸੀਂ ਉਹ ਸਾਰੇ ਹੀ ਲੋਕਾਂ ਸਾਹਮਣੇ ਰੱਖ ਦਈਏ ਤੇ ਕੀ ਹੋਏਗਾ? ਨਹੀਂ, ਅਸੀਂ ਉਹਨਾਂ ਕੀ ਵਿਖਾਇਆ? ਜਿੰਨਾ ਕੁ ਸਾਡੇ ਆਚਾਰ ਦਾ ਹਿੱਸਾ ਚੰਗਾ ਸੀ ਨਾ, ਅਸੀਂ ਉਹਨਾਂ ਕੁ ਲੋਕਾਂ ਨੂੰ ਵਿਖਾਤਾ ਵੀ ਆਹ ਲਓ ਜੀ, ਅਸੀਂ ਤੇ ਏਡੇ ਵਧੀਆ ਆਚਰਣ ਦੇ ਮਾਲਕ ਹਾਂ। ਗੁਰੂ ਅੱਗੇ ਆ ਕੇ ਵਿਖਾਓ ਹਾਂ ਆਚਰਣ ਆਪਦਾ, ਵੀ ਲੈ ਬਾਪੂ ਜੀ ਮੈਂ ਚੱਲ ਕੇ ਆਇਆ। ਉਹਨਾਂ ਕੁ ਹਿੱਸਾ ਜਿੰਨਾ ਕੁ ਲੋਕਾਂ ਨੂੰ ਵਿਖਾਇਆ, ਉਹਨਾਂ ਕੁ ਹਿੱਸਾ ਤੇ ਅਸੀਂ ਗੁਰੂ ਨੂੰ ਆ ਕੇ ਵੀ ਵਿਖਾਈ ਜਾਂਦੇ ਵੀ ਵੇਖੋ। ਪਰ ਗੁਰੂ ਸਾਡੇ ਬਾਕੀ ਹਿੱਸੇ ਨੂੰ ਵੀ ਜਾਣਦਾ ਵੀ ਇਹ ਕਿੱਦਾਂ ਦਾ। ਜਿਵੇਂ ਆਪਾਂ ਸੌਖੇ ਸਿਰਫ ਸਮਝਣ ਵਾਸਤੇ ਆਪਣੇ ਕੈਰੈਕਟਰ ਦਾ ਅਸੀਂ ਜੇ 30% ਲੋਕਾਂ ਨੂੰ ਵਿਖਾਇਆ ਨਾ ਵੀ ਮੈਂ 30% ਬਹੁਤ ਚੰਗਾ, ਹੁਣ ਲੋਕਾਂ ਦੇ ਭਾਣੇ ਤੇ ਮੈਂ 100% ਹੀ ਆ ਨਾ, ਪਰ ਮੈਨੂੰ ਪਤਾ ਵੀ ਮੈਂ 30% ਹਿੱਸਾ ਵਿਖਾਇਆ ਲੋਕਾਂ ਨੂੰ। ਤੇ ਗੁਰੂ ਕੋਲ ਆ ਕੇ ਮੈਂ ਕੀ ਕੀਤਾ? ਉਹਨਾਂ ਕੀ ਵਿਖਾਇਆ ਜਿੰਨਾ ਕੁ ਲੋਕਾਂ ਨੂੰ। ਪਰ ਗੁਰੂ ਸਾਹਿਬ ਨੇ 30% ਤੋਂ ਪਹਿਲਾਂ 70 ਨੂੰ ਵੇਖਿਆ ਹੋਇਆ ਵੀ ਇਹ 70% ਦਾ ਆਹ ਕੁਝ ਹੈ। ਜੇ ਇਉਂ ਕਹਿ ਲਈਏ ਨਾ ਵੀ 70% ਹਨੇਰਾ ਤੇ 30% ਦਿਨ ਲੈ ਕੇ ਬੈਠਾ ਹੈ ਤੇ ਕੋਈ ਅੱਤ ਕਥਨ ਹੀ ਨਹੀਂ ਹੈ। ਤੇ ਗਿਣਿਆ ਕੀ ਜਾਏਗਾ? ਹਨੇਰਾ ਹੀ ਗਿਣਿਆ ਜਾਏਗਾ ਨਾ। ਜਦੋਂ ਸੂਰਜ ਬਿਲਕੁਲ ਛਿਪ ਜਾਏ, ਥੋੜਾ ਥੋੜਾ ਲੋ, ਜਿੱਥੇ ਆਪਾਂ ਜਾ ਕੇ ਕਹਿ ਦਈਏ ਵੀ ਲਾਈਟਾਂ ਅਸੀਂ ਵਰਤਣ ਲੱਗ ਜਾਂਦੇ ਆ, ਉੱਥੇ ਜਾ ਕੇ ਕਦੇ ਇਹ ਨਹੀਂ ਕਿਹਾ ਜਾਂਦਾ ਵੀ ਦਿਨ ਚੜ੍ਹਨ ਵਾਲਾ ਜਾਂ ਦਿਨ ਖੜਾ ਹੈ। ਇਹੀ ਕਿਹਾ ਜਾਂਦਾ ਹਨੇਰਾ ਹੋ ਗਿਆ। ਤੇ ਸਾਡੀਆਂ ਜ਼ਿੰਦਗੀਆਂ ਦੇ ਆਚਾਰ ਨੂੰ ਵੇਖ ਕੇ ਕੀ ਕਹਿਣਗੇ ਗੁਰੂ ਸਾਹਿਬ? ਵੀ ਅਜੇ ਜ਼ਿੰਦਗੀ 'ਚ ਹਨੇਰਾ ਹੀ ਹੈ, ਸੂਰਜ ਤੇ ਛਿਪ ਗਿਆ। ਉਹ ਜਿਹੜਾ ਸੱਚ ਦਾ ਆਚਾਰ ਰੂਪੀ ਸੂਰਜ ਸੀ, ਉਹ ਜਿਹੜਾ ਧਰਮ ਦਾ ਸੂਰਜ ਮੇਰੀ ਜ਼ਿੰਦਗੀ 'ਚ ਚਾਹੀਦਾ, ਉਹ ਤੇ ਮੈਂ ਛੁਪਾ ਕੇ ਬੈਠਾ। ਮੇਰੀ ਜ਼ਿੰਦਗੀ 'ਚ ਤੇ ਅਗਿਆਨਤਾ ਦੇ ਹਨੇਰੇ ਨੇ ਪ੍ਰਭਾਵ ਪਾਇਆ ਹੋਇਆ। ਉਹ ਜਿਹੜਾ 70% ਹੈ, ਜੇ ਉਹ ਵੱਧ ਗਿਆ ਹਨੇਰਾ ਹੀ ਹੈ। ਜਾਂ ਤੇ ਇਹ ਦਾਵਾ ਕਰੀਏ ਵੀ ਜੇ ਅੱਜ 30% ਹੈ ਨਾ, ਤੇ ਫਿਰ ਆਉਣ ਵਾਲੇ ਸਮੇਂ 'ਚ ਮੈਂ ਇਹਨੂੰ 70 ਬਣਾ ਲੈਣਾ, ਫਿਰ ਤੇ ਕਹਿ ਸਕਦੇ ਵੀ ਚਾਨਣ ਚੜ੍ਹਨ ਵਾਲਾ ਹੈ। ਦੇਖੋ ਨਾ, ਇੱਕ ਦਿਨ 'ਚ 2 ਵਾਰੀ ਅਸੀਂ ਇਹਨਾਂ ਚੀਜ਼ਾਂ ਦੀ ਨੂੰ ਅਜ਼ਮਾਉਂਦੇ ਹਾਂ, ਵੇਖਦੇ ਹਾਂ। ਸੂਰਜ ਛਿਪਦਾ, ਅਸੀਂ ਲਾਈਟਾਂ ਵਰਤਣ ਲੱਗ ਜਾਂਦੇ ਹਾਂ, ਅਸੀਂ ਹਨੇਰੇ ਦਾ ਨਾਮ ਲੈਣ ਲੱਗ ਜਾਂਦੇ ਹਾਂ। ਉਸੇ ਤਰ੍ਹਾਂ ਦਾ ਸਮਾਂ ਫਿਰ ਸਵੇਰੇ ਬਣਦਾ, ਪਰ ਅਸੀਂ ਲਾਈਟਾਂ ਬੰਦ ਕਰ ਦਿੰਦੇ ਹਾਂ। ਕਿਉਂ? ਸਾਨੂੰ ਪਤਾ ਵੀ ਹੁਣ ਸੂਰਜ ਚੜ੍ਹਨ ਵਾਲਾ, ਹੌਲੀ ਹੌਲੀ ਚੜ੍ਹ ਪੈਣਾ। ਤੇ ਜ਼ਿੰਦਗੀਆਂ ਸਾਡੀਆਂ ਕਿਸ ਤਾਦਾਦ ਤੇ ਖੜੀਆਂ ਨੇ, ਕਿਸ ਪਹਿਲੂ ਤੇ ਖੜੀਆਂ ਨੇ ਕਿ ਸਾਨੂੰ ਲਾਈਟਾਂ ਵਰਤਣ ਦੀ ਲੋੜ ਹੈ ਕਿ ਅਸੀਂ ਬੰਦ ਕਰਨ ਲੱਗੇ ਹਾਂ। ਸੰਧਿਆ ਤੇ ਦੋਨਾਂ ਵੇਲੇ ਹੋਣ ਲੱਗੀ। ਸੰਧਿਆ ਦਾ ਵੇਲਾ ਮਤਲਬ ਜਦੋਂ ਨਾ ਦਿਨ ਹੋਵੇ ਤੇ ਨਾ ਰਾਤ ਹੋਵੇ, ਵਿਚਕਾਰਲਾ ਸਮਾਂ। ਇੱਕ ਸੰਧਿਆ ਹਨੇਰੇ ਦੀ ਪ੍ਰਤੀਕ ਹੈ, ਇੱਕ ਸੰਧਿਆ ਚਾਨਣ ਦੀ ਪ੍ਰਤੀਕ ਹੈ। ਤੇ ਮੇਰੀ ਜ਼ਿੰਦਗੀ 'ਚ ਕਿਹੜੀ ਹੈ? ਅਸੀਂ ਜਾਣਦੇ ਹਾਂ, ਕੋਈ ਦੂਜਾ ਨਹੀਂ ਜਾਣਦਾ। ਤੇ ਸਾਹਿਬ ਕਹਿੰਦੇ ਸੱਚੋ ਔਰੈ ਸਭ ਕੋ ਉੱਪਰ ਸੱਚ ਆਚਾਰ। ਸੱਜਣਾ ਤੇਰੀ ਰਹਿਣੀ ਚੰਗੀ ਹੋਣੀ ਚਾਹੀਦੀ ਹੈ। ਕਹਿਣੀ ਤੇ ਹਰ ਬੰਦੇ ਦੀ ਚੰਗੀ ਹੈ, ਕਹਿਣੀ ਹਰ ਮਨੁੱਖ ਕੋਲ ਭਲੀ ਹੈ, ਕਹਿਣੀ ਨਹੀਂ। ਇਸ ਦਰ ਉੱਤੇ ਕਥਨੀ ਨਹੀਂ, ਇਸ ਦਰ ਉੱਤੇ ਕਰਨੀ ਪ੍ਰਵਾਣੀ ਜਾਂਦੀ ਹੈ। ਤੇਰੀ ਕਥਨੀ ਤੇ ਤੇਰੀ ਕਰਨੀ ਇਕੁਅਲ ਹੋਵੇ, ਤੇਰੀ ਕਹਿਣੀ ਤੇ ਤੇਰੀ ਰਹਿਣੀ ਇੱਕੋ ਜਿਹੀ ਹੋਵੇ, ਸੱਜਣਾ ਫਿਰ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨਿਆ ਜਾਏਗਾ। ਤੇ ਜਦੋਂ ਕਹਿਣੀ ਔਰ ਕਰਨੀ ਇੱਕੋ ਜਿਹੀ ਬਣ ਗਈ ਨਾ, ਫਿਰ ਉੱਚੇ ਆਚਰਣ ਦਾ ਮਾਲਕ ਵੀ ਹੋਏਗਾ ਤੇ ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਵਾਨਿਆ ਵੀ ਜਾਵੇਗਾ। ਸਭ ਕੋ ਉੱਚਾ ਆਖੀਐ, ਨੀਚ ਨਾ ਦਿਸੈ ਕੋਏ। ਇਕ ਨੈ ਭਾਂਡੇ ਸਾਜਿਐ, ਇਕ ਚਾਨਣ ਤਿਹ ਲੋਏ। ਕਰਮ ਮਿਲੈ ਸੱਚ ਪਾਈਐ, ਧੁਰ ਬਖਸ਼ ਨਾ ਮਿਟੈ ਕੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਮੇਰੇ ਬਾਬਾ ਮੈਂ ਬੌਰਾ,
ਸਭ ਖਲਕ ਸਿਆਣੀ ਮੈਂ ਬੌਰਾ। ਪਰ ਖੇਡ ਬਹੁਤ ਔਖਾ ਹੈ। ਇਹ ਤੇ ਮੈਂ ਕਹਿ ਸਕਦਾ ਵੀ ਦੁਨੀਆ ਮੂਰਖ ਹੈ, ਮੈਂ ਸਿਆਣਾ। ਪਰ ਇਹ ਕਹਿਣਾ ਬਹੁਤ ਔਖਾ ਵੀ ਦੁਨੀਆ ਸਿਆਣੀ ਹੈ ਤੇ ਮੈਂ ਮੂਰਖ ਹਾਂ। ਇਹ ਕਹਿਣਾ ਤੇ ਬਹੁਤ ਸੌਖਾ ਹੈ ਵੀ ਦੁਨੀਆ ਮਾੜੀ ਹੈ ਤੇ ਮੈਂ ਚੰਗਾ। ਪਰ ਇਹ ਕਹਿਣਾ ਬਹੁਤ ਔਖਾ ਵੀ ਮੈਂ ਮਾੜਾ ਤੇ ਦੁਨੀਆ ਚੰਗੀ ਹੈ, ਬਹੁਤ ਔਖਾ ਹੈ। ਹਾਂ, ਉਹ ਵੱਖਰੀ ਗੱਲ ਹੈ ਕਿ ਇਨਸਾਨ ਹੰਕਾਰ ਵਿੱਚ ਆਇਆ ਵੀ ਇਹ ਗੱਲ ਕਹੀ ਜਾਏ, ਹਾਂ ਜੀ ਮੈਂ ਤੇ ਮਾੜਾ ਹੀ ਹਾਂ ਜੀ, ਦੁਨੀਆ ਚੰਗੀ ਹੈ। ਹੰਕਾਰ 'ਚ ਆਇਆ ਕਹੀ ਜਾਏ, ਉਹ ਗੱਲ ਵੱਖਰੀ ਹੈ। ਪਰ ਕਦੇ ਇਕੱਲਿਆਂ ਬਹਿ ਕੇ ਇਹ ਗੱਲ ਮੰਨੀ ਹੈ ਵੀ ਮੈਂ ਨਹੀਂ ਚੰਗਾ ਤੇ ਦੁਨੀਆ ਚੰਗੀ ਹੈ? ਨਹੀਂ। ਸਤਿਗੁਰੂ ਕਹਿੰਦੇ ਸਭ ਕੋ ਉੱਚਾ ਆਖੀ ਹੈ, ਨੀਚ ਨਾ ਦੀਸੈ ਕੋਏ। ਤਿਆਰ ਹੈ ਤੂੰ ਇਹ ਕਹਿਣ ਨੂੰ ਵੀ ਸਾਰੇ ਚੰਗੇ ਨੇ? ਮੈਨੂੰ ਕੋਈ ਨੀਵਾਂ ਨਹੀਂ ਦਿਸਦਾ, ਮੈਨੂੰ ਕੋਈ ਮਾੜਾ ਨਜ਼ਰ ਹੀ ਨਹੀਂ ਪੈਂਦਾ, ਸਾਰੇ ਹੀ ਚੰਗੇ ਨੇ। ਮਾਲਕ ਪਾਤਸ਼ਾਹ ਬਾਣੀ ਚ ਆਪ ਭਲਾ ਸਭ ਜਗ ਭਲਾ। ਤੇ ਜੇ ਆਪ ਹੀ ਮਾੜੇ ਹੋਈਏ, ਜੇ ਆਪ ਭਲਾ ਹੈ ਤੇ ਸਾਰਾ ਜਗਤ ਵੀ ਭਲਾ, ਜੇ ਆਪ ਮਾੜੇ ਆ ਤੇ ਸਾਰਾ ਜੱਗ ਵੀ ਮਾੜਾ। ਚੋਰ ਨੂੰ ਸਾਰਾ ਜੱਗ ਹੀ ਚੋਰ ਲੱਗੀ ਜਾਂਦਾ, ਉਹ ਤੇ ਇਹੀ ਸੋਚਦਾ ਹੈ, ਕਿਉਂਕਿ ਉਹਨੂੰ ਪਤਾ ਵੀ ਮੈਂ ਤੇ ਜਿਹੜਾ ਵੀ ਕੰਮ ਕਰਦਾ ਜਾਂ ਜਿਹੜਾ ਵੀ ਹਾਲਾਤ ਬਣਾਉਣਾ ਉਹ ਚੋਰੀ ਕਰਕੇ ਬਣਾਉਣਾ। ਉਹ ਸਾਰੀ ਦੁਨੀਆ ਨੂੰ ਹੀ ਉਸੇ ਨਜ਼ਰ ਨਾਲ ਵੇਖੀ ਜਾਂਦਾ ਵੀ ਲੱਗਦਾ ਹੈ ਵੀ ਹੁਣ ਚੋਰੀ ਕਰਕੇ ਭੱਜੇਗਾ, ਉਹ ਸਾਰਿਆਂ ਨੂੰ ਹੀ ਚੋਰ ਸਮਝੀ ਜਾਂਦਾ। ਤੇ ਜਿਹੜਾ ਸਾਧੂ ਹੈ ਉਹ ਸਾਰਿਆਂ ਨੂੰ ਹੀ ਸਾਧੂ ਸਮਝੀ ਜਾਂਦਾ ਹੈ। ਉਹ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੂੰ ਚੋਰ ਹੈ, ਉਹ ਇਹੀ ਕਹਿੰਦਾ ਤੂੰ ਵੀ ਸਾਧੂ ਹੀ ਹੈ ਭਾਈ। ਦੁਨੀਆ ਨੂੰ ਚੰਗਾ ਵੇਖਣਾ ਚਾਹੁੰਦੇ ਆ ਨਾ, ਤੇ ਪਹਿਲਾਂ ਆਪਣਾ ਆਪ ਚੰਗਾ ਕਰੀਏ। ਮਾੜਾ ਤੇ ਕਹੀ ਜਾਂਦੇ ਆ। ਸਾਡਾ ਦੁਨੀਆ ਨੂੰ ਮਾੜਾ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪ ਮਾੜੇ ਆ। ਜੇ ਮੈਂ ਸੰਸਾਰ ਨੂੰ ਬੁਰਾ ਕਹਿ ਰਿਹਾ ਨਾ ਜਾਂ ਦੁਨੀਆ ਨੂੰ ਮਾੜਾ ਕਹਿ ਰਿਹਾ, ਇਹਦਾ ਮਤਲਬ ਮੈਂ ਖੁਦ ਮਾੜਾ ਹਾਂ, ਤਾਂ ਕਰਕੇ ਮੈਨੂੰ ਦੁਨੀਆ ਮਾੜੀ ਲੱਗ ਰਹੀ ਹੈ। ਨਹੀਂ ਤੇ ਗੁਰੂ ਨਾਨਕ ਸਾਹਿਬ ਨੇ ਤੇ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ। ਸਗੋਂ ਬਾਬੇ ਨਾਨਕ ਨੂੰ ਬੋਲਣ ਵਾਲਿਆਂ ਨੇ ਬਹੁਤ ਕੁਝ ਬੋਲਿਆ, ਪਰ ਗੁਰੂ ਨਾਨਕ ਸਾਹਿਬ ਨੇ ਕਿਸੇ ਦੇ ਖਿਲਾਫ ਕੁਝ ਕਿਹਾ ਹੋਵੇ ਵੀ ਤੁਸੀਂ ਮਾੜੇ ਹੋ? ਨਹੀਂ, ਮਾਲਕ ਨੇ ਜਿਨ੍ਹਾਂ ਨੂੰ ਕਿਹਾ ਭਲੇ ਹੀ ਭਲੇ ਆਖਿਆ। ਇੱਥੋਂ ਤੱਕ ਬਾਬੇ ਨਾਨਕ ਦੇ ਪੱਥਰ ਮਾਰਨ ਵਾਲਿਆਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਤੁਹਾਡਾ ਭਲਾ ਹੋਵੇ। ਆਇਆ ਕਿਤੇ ਗੁਰੂ ਨਾਨਕ ਸਾਹਿਬ ਦੀ ਜ਼ੁਬਾਨ ਤੇ ਵੀ ਤੁਹਾਡਾ ਕੱਖ ਨਾ ਰਹੇ, ਤੁਸੀਂ ਤੇ ਬੜੇ ਮਾੜੇ ਹੋ? ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਨਗਰ ਵਿੱਚ ਗੁਰੂ ਸਾਹਿਬ ਗਏ, ਮਾਲਕ ਪਾਤਸ਼ਾਹ ਦਾ ਕੋਈ ਅਦਬ ਨਹੀਂ, ਕੋਈ ਸਤਿਕਾਰ ਨਹੀਂ, ਸਗੋਂ ਸਤਿਗੁਰੂ ਜੀ ਨੂੰ ਬਹੁਤ ਉਲਾਮੇ ਦਿੱਤੇ, ਬੜਾ ਕੁਝ ਬੋਲਿਆ। ਤੇ ਮਾਲਕ ਜਾਂਦਿਆਂ ਕੀ ਕਹਿ ਕੇ ਗਏ? ਵਸਦੇ ਰਹੋ। ਸਤਿਗੁਰੂ ਇਹ ਨਹੀਂ ਕਹਿ ਕੇ ਗਏ ਵੀ ਤੁਹਾਡਾ ਕੱਖ ਨਾ ਰਹੇ, ਉੱਜੜ ਜਾਓ, ਤੁਹਾਡੇ ਘਰ ਬਾਰ ਉੱਜੜ, ਕੁਝ ਨਹੀਂ ਕਿਹਾ ਮਾਲਕ ਨੇ, ਕਹਿੰਦੇ ਵਸਦੇ ਰਹੋ। ਗੁਰੂ ਨਾਨਕ ਦਾ ਸਿਧਾਂਤ ਤੇ ਇਹ ਹੈ। ਅਸੀਂ ਸਾਡੀ ਸਿਚੁਏਸ਼ਨ, ਸਾਡੀ ਹਾਲਤ ਕੀ, ਜਿਹੜਾ ਮਰਜ਼ੀ ਜੀ, ਦੁਨੀਆ ਤੇ ਬੜੀ ਮਾੜੀ ਅੱਜ ਦੀ, ਸੰਸਾਰ ਬਹੁਤ ਮਾੜਾ। ਸੱਜਣਾ, ਸੰਸਾਰ ਜੈਸਾ ਵੀ ਹੈ ਤੇਰਾ ਨਜ਼ਰੀਆ ਸਾਬਿਤ ਕਰਦਾ ਹੈ ਕਿ ਸੰਸਾਰ ਕੈਸਾ ਹੈ। ਤੇਰਾ ਨਜ਼ਰੀਆ ਕੀ ਹੈ? ਜੇ ਤੇਰਾ ਨਜ਼ਰੀਆ ਚੰਗਾ ਨਾ ਤੇ ਦੁਨੀਆ ਚੰਗੀ ਹੈ। ਜੇ ਤੇਰਾ ਨਜ਼ਰੀਆ ਆਪਣਾ ਮਾੜਾ ਤੇ ਸੱਜਣਾ ਦੁਨੀਆ ਲੱਖ ਚੰਗੀ ਬਣ ਜਾਏ, ਤੂੰ ਕਦੇ ਚੰਗਾ ਨਹੀਂ ਕਹਿ ਸਕਦਾ। ਤੇਰਾ ਨਜ਼ਰੀਆ ਚੰਗਾ ਬਣਾ। ਸਭ ਕੋ ਉੱਚਾ ਆਖੀ ਹੈ, ਨੀਚ ਨਾ ਦੀਸੈ ਕੋਏ। ਕਿਉਂ? ਕਾਰਨ ਕਹਿੰਦੇ ਇੱਕ ਨੇ ਭਾਂਡੇ ਸਾਜੇ ਐ, ਇੱਕ ਚਾਨਣ ਤੇ ਹਿਲੋਏ। ਇਸ ਕਰਕੇ ਨਹੀਂ ਮਾੜੇ, ਕਿਉਂਕਿ ਸਾਰੇ ਉਸ ਰੱਬ ਨੇ ਬਣਾਏ ਨੇ, ਸਾਰੇ ਚੰਗੇ ਹੀ ਬਣਾਏ। ਰੱਬ ਕਦੇ ਮਾੜਾ ਥੋੜੀ ਬਣਾਉਂਦਾ ਹੈ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੈ, ਨਾ ਕਛ ਪੋਚ। ਮਾਟੀ ਕੈ ਭਾਂਡੈ, ਨਾ ਕਛ ਪੋਚ ਕੁੰਭਾਰੈ। ਹੈ ਕਿਤੇ ਕੋਈ ਲੇਪ ਜਾਂ ਲੇਸ਼ ਅਸੀਂ ਕਹਿ ਸਕੀਏ ਵੀ ਇੱਥੇ ਕਲੰਕ ਹੈ ਜੀ ਬਣਾਉਣ ਵਾਲੇ ਵਿੱਚ?
ਜਾਂ ਜਿਹੜਾ ਬਣਾਇਆ ਹੋਇਆ ਉਹਦੇ ਕਲੰਕ ਰੱਖਿਆ? ਨਹੀਂ, ਉਹ ਤੇ ਬੰਦਾ ਬਾਅਦ ਚ ਬਣ ਕੇ ਆਪਣੇ ਕੰਮ ਕਮਾ ਕੇ ਮੱਥੇ ਤੇ ਕਲੰਕ ਮਲਦਾ। ਰੱਬ ਨੇ ਤੇ ਨੇਹ ਕਲੰਕ ਬਣਾਇਆ। ਜਦੋਂ 3-4 ਸਾਲਾਂ ਤੱਕ ਬੱਚਾ ਰਹਿੰਦਾ ਉਦੋਂ ਤੇ ਸਾਰੇ ਹੀ ਕਹੀ ਜਾਂਦੇ ਰੱਬ ਦਾ ਰੂਪ, ਰੱਬ ਦਾ। ਜਦੋਂ 10-12 ਸਾਲਾਂ ਦਾ ਹੋ ਜੇ ਉਦੋਂ ਕਿਉਂ ਨਹੀਂ ਕਹਿੰਦੇ ਰੱਬ ਦਾ ਰੂਪ ਹੈ? ਜਦੋਂ 30-35 ਸਾਲਾਂ 40 ਦਾ ਹੋ ਜੇ ਉਦੋਂ ਕਿਉਂ ਨਹੀਂ ਕਹਿੰਦੇ ਰੱਬ ਦਾ ਰੂਪ ਹੈ? ਕਦੇ ਸੋਚਿਆ? ਕਿਉਂਕਿ 3-4 ਸਾਲਾਂ ਤੱਕ ਨਾ ਕਰਮ ਐ ਸਾਫ਼, ਸਪਸ਼ਟ, ਸ਼ੁੱਧ, ਜੋ ਹੈ ਸਾਰਿਆਂ ਦੇ ਸਾਹਮਣੇ ਹੈ, ਕੋਈ ਲੁਕ ਲਕਾ ਨਹੀਂ। ਜੋ ਬੋਲਣਾ ਉਹਨੇ ਜ਼ੁਬਾਨ ਤੋਂ, ਆਪਣੇ ਮੁਖ ਤੋਂ ਜੋ ਵੀ ਬੋਲਣਾ ਉਹਨੇ ਸਾਹਮਣੇ ਖੜੇ ਹੀ ਬੋਲ, ਉਹਨੂੰ ਪਤਾ ਵੀ ਕੋਈ ਗੱਲ ਨਹੀਂ। ਸੁਣਨ ਵਾਲਾ ਸੁਣ ਵੀ ਲੈਂਦਾ, ਉਹਨੂੰ ਪਤਾ ਵੀ ਲੱਗ ਜਾਂਦਾ ਵੀ ਜੋ ਕਹਿ ਰਿਹਾ ਸੱਚ ਹੈ, ਝੂਠ ਨਹੀਂ ਬੋਲ ਰਿਹਾ। ਉਹ ਕਹਿੰਦਾ ਵੀ ਕੁਛ ਨਹੀਂ, ਕਿਉਂ? ਬੱਚਾ ਹੈ, ਪਰ ਬੋਲ ਕੇ ਸੱਚ ਚੱਲਿਆ ਉਹ। ਇਸ ਕਰਕੇ ਉਹਨੂੰ ਰੱਬ ਦਾ ਰੂਪ ਕਹਿੰਦੇ। ਜਦੋਂ 12-15 ਸਾਲਾਂ ਦਾ ਹੋ ਜੇ ਉਹ ਕਿਤੇ ਥੋੜਾ ਬਹੁਤਾ ਤੇ ਅਜੇ ਹੈ ਰੱਬ ਦਾ ਰੂਪ, ਪਰ ਹੁਣ 100% ਨਹੀਂ ਕਹਿ ਸਕਦੇ। ਜਿੱਦਣ 30-35 ਸਾਲਾਂ ਦਾ ਹੋ ਜਾਂਦਾ ਫਿਰ ਤੇ ਸਾਰਾ ਹੀ ਨਕਲੀ ਬਣ ਜਾਂਦਾ। ਫਿਰ ਤੇ ਸਾਰਾ ਹੀ, ਫਿਰ ਉੱਥੇ ਕਦੇ ਨਹੀਂ ਅਸੀਂ ਕਵਾਂਗੇ ਵੀ ਆ ਜਿਹੜਾ ਸਾਹਮਣੇ ਨੌਜਵਾਨ ਖੜੋਤਾ ਜੀ ਇਹ ਤੇ ਰੱਬ ਦਾ ਰੂਪ ਹੈ। ਅਸੀਂ ਕਦੇ ਨਹੀਂ ਕਹਿੰਦੇ, ਜਾਂ ਕਦੇ ਨਹੀਂ ਕਿਹਾ ਵੀ ਜਿਹੜਾ ਸਾਹਮਣੇ ਬਜ਼ੁਰਗ ਖੜੋਤਾ ਜੀ ਇਹ ਰੱਬ ਦਾ ਰੂਪ ਹੈ। ਕਿਉਂ? ਬੰਦੇ ਦੇ ਕੰਮ ਹੀ ਐਸੇ ਹੋ ਜਾਂਦੇ, ਮੱਥਿਆਂ ਤੇ ਕਲੰਕ ਆਪੇ ਹੀ ਮਲੀ ਜਾਂਦਾ। ਰੱਬ ਨੇ ਕਲੰਕ ਨਹੀਂ ਸੀ, ਕਲੰਕਤ ਨਹੀਂ ਸੀ ਬਣਾਇਆ, ਇਹਨੇ ਆਪ ਆਪਣੇ ਮੱਥੇ ਤੇ ਕਲੰਕ ਲਾਏ ਨੇ। ਕਾਹਦੇ ਨਾਲ? ਆਪਣੇ ਕਰਮਾਂ ਨਾਲ। ਤੇ ਸਤਿਗੁਰੂ ਜੀ ਕੀ ਆਖਰੇ? ਇੱਕ ਨਾ ਭਾਂਡੇ ਸਾਜਿਆ, ਕਹਿੰਦੇ ਉਸ ਮਾਲਕ ਜੀ ਨੇ ਸਾਰੇ ਭਾਂਡਿਆਂ ਨੂੰ ਸਾਜਿਆ, ਫਿਰ ਇੱਕ ਚਾਨਣ ਤੇਹ ਲੋਏ, ਸਾਰੇ ਭਾਂਡਿਆਂ ਵਿੱਚ ਚਾਨਣ ਵੀ ਉਹਨੇ ਆਪ ਹੀ ਕੀਤਾ। ਮਤਲਬ ਸਰੀਰਾਂ ਨੂੰ ਬਣਾਇਆ ਵੀ ਉਹਨੇ ਤੇ ਇਹਨਾਂ ਸਰੀਰਾਂ ਵਿੱਚ ਬਹਿ ਵੀ ਆਪ ਹੀ ਗਿਆ। ਬੱਚਾ ਜੋ ਅੰਦਰੋਂ ਸੀ ਉਹੀ ਬਾਹਰੋਂ ਹੈ, ਇਸ ਕਰਕੇ ਅਸੀਂ ਕਿਹਾ ਰੱਬ ਦਾ ਰੂਪ। ਪਰ ਇੱਕ ਇਨਸਾਨ ਜਦੋਂ ਜਵਾਨੀ ਤੇ ਬੁਢੇਪੇ ਵਿੱਚ ਪਹੁੰਚ ਜਾਂਦਾ, ਜੋ ਅੰਦਰੋਂ ਹੈ ਉਹ ਬਾਹਰੋਂ ਨਹੀਂ ਹੈ। ਰੱਬ ਤੇ ਉਦੋਂ ਵੀ ਅੰਦਰ ਬੈਠਾ ਹੈ, ਪਰਮੇਸ਼ਵਰ ਤੇ ਉਦੋਂ ਵੀ ਅੰਦਰ ਹੈ, ਪਰ ਉਹ ਪਰਮੇਸ਼ਵਰ ਅੰਦਰ ਪਤਾ ਹੀ ਨਹੀਂ ਕਿਸ ਕੋਨੇ ਵਿੱਚ ਬੈਠਾ। ਉਸ ਵੇਲੇ ਜਾ ਕੇ ਇਨਸਾਨ ਕਦੇ ਸਮਝ ਨਹੀਂ ਸਕਿਆ। ਬਾਹਰੋਂ ਆਪਣੇ ਆਪ ਨੂੰ ਚੰਗਾ ਬਣਾਈ ਜਾਂਦਾ ਹੈ, ਅੰਦਰੋਂ ਕੰਮ ਜਦੋਂ ਵੇਖਦਾ, ਖੁਦ ਆਪਣੇ ਜੀਵਨ, ਕਿਸੇ ਇਨਸਾਨ ਦੀ ਗੱਲ ਛੱਡੋ, ਆਪਣੀ ਜ਼ਿੰਦਗੀ ਨੂੰ ਫਰੋਲ ਕੇ ਕਦੇ ਇਕਾਂਤ ਵਿੱਚ ਬਹਿ ਕੇ ਜਦੋਂ ਸੋਚਾਂਗੇ ਨਾ, ਫਿਰ ਨਜ਼ਰੀ ਪਏਗਾ ਮੈਂ ਕਿੰਨੇ ਕਲੰਕ ਖੱਟੇ ਆਪਣੀ ਜ਼ਿੰਦਗੀ 'ਚ। ਦੁਨੀਆ ਨੂੰ ਨਹੀਂ ਪਤਾ, ਸੰਸਾਰ ਨੂੰ ਨਹੀਂ ਪਤਾ ਕਿ ਮੈਂ ਕਿਹੜੇ ਕਿਹੜੇ ਕਰਮ ਸੰਸਾਰ ਤੋਂ ਛੁਪਾ ਕੇ ਬੈਠਾ, ਕਿਹੜੇ ਕਿਹੜੇ ਕਰਮ ਮੈਂ ਸੰਸਾਰ ਤੋਂ ਲੁਕੋ ਕੇ ਬੈਠਾ। ਦੁਨੀਆ ਨਹੀਂ ਜਾਣਦੀ, ਪਰ ਰੱਬ ਜਾਣਦਾ। ਉਹ ਕੱਲਾ ਕੱਲਾ ਕੰਮ ਜਿਹੜਾ ਦੁਨੀਆ ਤੋਂ ਲੁਕੋ ਕੇ ਬੈਠਾ, ਉਹ ਕੀ ਹੈ? ਕਲੰਕ ਹੈ ਮੇਰੀ ਜ਼ਿੰਦਗੀ ਦਾ। ਤਾਂ ਹੀ ਤੇ ਲੁਕੋਏ। ਜੇ ਕਿਤੇ ਨਾ ਲੁਕਾਉਣ, ਉਹ ਕਰਮ ਮੈਂ ਦੁਨੀਆ ਸਾਹਮਣੇ ਰੱਖਦਾ, ਫਿਰ ਦੁਨੀਆ ਫੈਸਲਾ ਕਰੇਗੀ ਵੀ ਕਲੰਕ ਹੈ ਕਿ ਨਹੀਂ। ਸੰਸਾਰ ਫੈਸਲਾ ਕਰੇ। ਲੁਕਾਉਣ ਦਾ ਕਾਰਨ ਕੀ ਹੈ? ਚੰਗੇ ਕੰਮ ਕਰਕੇ ਲੁਕਾਉਂਦਾ ਤੇ ਸੱਜਣਾ ਤੇਰੇ ਭਾਗ ਬਣਦੇ, ਪਰ ਤੂੰ ਚੰਗੇ ਕੰਮ ਨਿਸ਼ਰ ਕੀਤੇ, ਲੋਕਾਂ ਨੂੰ ਵਿਖਾ ਵਿਖਾ ਕੀਤੇ, ਤੇ ਮਾੜੇ ਕੰਮ ਸਾਰੇ ਹੀ ਛੁਪਾ ਕੇ ਰੱਖੇ। ਉਹ ਕਰਮ ਛੁਪਾਉਣ ਦਾ ਕਾਰਨ ਕੀ ਹੈ? ਔਰ ਇੱਕ ਗੱਲ ਚੇਤਾ ਰੱਖੀਏ, ਜਿਹੜਾ ਕਰਮ ਅਸੀਂ ਸੰਸਾਰ ਤੋਂ ਛੁਪਾ ਕੇ ਕੀਤਾ ਹੈ, ਉਹਦਾ ਕਾਰਨ ਕੀ ਹੈ? ਇਹਦਾ ਮਤਲਬ ਅਸੀਂ ਮਾੜਾ ਕੰਮ ਕਰ ਰਹੇ ਹਾਂ ਤਾਂ ਹੀ ਛੁਪਾਇਆ ਨਾ। ਜਿਸ ਕਰਮ ਨੂੰ ਕਮਾਉਂਦੇ ਆ ਸਾਨੂੰ ਖੌਫ ਹੋਵੇ, ਡਰ ਹੋਵੇ, ਉਹ ਸਾਡਾ ਡਰ ਇਸ ਗੱਲ ਨੂੰ ਸਾਬਤ ਕਰਦਾ ਕਿ ਕਰਮ ਚੰਗਾ ਨਹੀਂ ਹੈ, ਇਹ ਮਾੜਾ ਹੈ। ਚੰਗਾ ਕੰਮ ਕਰਦੇ ਆ ਤਾਂ ਡਰਦਾ ਹੀ ਨਹੀਂ ਕੋਈ। ਡਰਦਾ ਕਦੋਂ? ਸੋ ਡਰੈ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਧਰਮ ਦਾ ਚੰਗਾ ਕੰਮ, ਮਤਲਬ ਕੋਈ ਵੀ ਚੰਗਾ ਕੰਮ ਕਰਨ ਲੱਗਿਆ ਇਨਸਾਨ ਦੇ ਮਨ ਵਿੱਚ ਡਰ ਨਹੀਂ ਹੋਏਗਾ। ਜਦੋਂ ਇਨਸਾਨ ਮਾੜਾ ਕੰਮ ਕਰਦਾ ਉਦੋਂ ਡਰਦਾ। ਡਰ ਕਿਸ ਗੱਲ ਦਾ ਸਬੂਤ ਹੈ? ਕਿ ਅਸੀਂ ਮਾੜਾ ਕਰ ਰਹੇ ਹਾਂ। ਕਰਮ ਮਿਲੈ ਸੱਚ ਪਾਈਐ, ਧੁਰ ਬਖਸ਼ ਨਾ ਮੇਟੈ ਕੋਈ। ਕਹਿੰਦੇ ਜੇ ਸੱਚ ਨੂੰ ਹਾਸਲ ਕਰਨਾ ਨਾ ਤੇ ਫਿਰ ਇੱਕੋ ਹੀ ਤਰੀਕਾ,
ਕਰਮ ਮਿਲੈ, ਬਖਸ਼ਿਸ਼ ਦੁਆਰਾ ਮਿਲਦਾ ਸੱਚ ਪਾਈਐ। ਫਿਰ ਜਦੋਂ ਬਖਸ਼ਿਸ਼ ਹੁੰਦੀ ਉਦੋਂ ਅਸੀਂ ਸੱਚ ਨੂੰ ਹਾਸਲ ਕਰਦੇ ਆ। ਫਿਰ ਤੁਰ ਬਖਸ਼ ਨਾ ਮਿਟੈ ਕੋਏ, ਇਸ ਬਖਸ਼ ਨੂੰ ਜਿਹੜੀ ਅਕਾਲ ਪੁਰਖ ਪਰਮੇਸ਼ਵਰ ਆਪ ਵਰਤਾ ਦੇ, ਉਸ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ। ਸਾਧ ਮਿਲੈ ਸਾਧੂ ਜਨੈ, ਸੰਤੋਖ ਵਸੈ ਗੁਰ ਪਾਏ। ਅਕਥ ਕਥਾ ਵਿਚਾਰੀਐ, ਜੇ ਸਤਿਗੁਰ ਮਾਹੇ ਸਮਾਏ। ਪੀ ਅੰਮ੍ਰਿਤ ਸੰਤੋਖਿਆ, ਦਰਗਹ ਪੈਂਦਾ ਜਾਏ। ਸਾਧ ਮਿਲੈ ਸਾਧੂ ਜਨੈ। ਸਤਿਗੁਰੂ ਜੀ ਇੱਕ ਬਾਣੀ ਚ ਬਚਨ ਕਹਿੰਦੇ, ਉੱਡਤੇ ਕਾ ਉੱਡਤਾ ਮਿਲੈ। ਉੱਡਦੇ ਨੂੰ ਉੱਡਦਾ ਮਿਲਦਾ ਤੇ ਤੁਰਦੇ ਨੂੰ ਤੁਰਦਾ ਮਿਲਦਾ। ਸਾਧੂ ਨੂੰ ਸਾਧੂ ਹੀ ਮਿਲੇਗਾ ਤੇ ਚੋਰ ਨੂੰ ਚੋਰ ਹੀ ਮਿਲੇਗਾ। ਸੰਬੰਧ ਹੁੰਦੇ ਨਾ। ਅਸੀਂ ਭਾਵੇਂ ਜਿੰਨਾ ਮਰਜ਼ੀ ਕਹੀ ਚੱਲੀਏ ਜੀ ਸਾਡਾ, ਅਸੀਂ ਨਹੀਂ ਜਾਣਦੇ ਫਲਾਣੇ ਬੰਦੇ ਨੂੰ, ਪਰ ਜਦੋਂ ਬਿਰਤੀ ਦੀ ਗੱਲ ਆਉਂਦੀ ਨਾ, ਸੋਚ ਦੀ ਗੱਲ, ਉਹ ਬੜੀ ਛੇਤੀ ਪੈਚਅਪ ਕਰਦੀ। ਉਹ ਜਿੱਦਾਂ ਦੀ ਬਿਰਤੀ ਸਾਡੀ ਹੋਏਗੀ, ਸਾਡੀ ਉਸ ਬਿਰਤੀ ਵਾਲੇ ਨਾਲ ਬੜੀ ਛੇਤੀ ਬਣੇਗੀ। ਅਸੀਂ ਭਾਵੇਂ ਪਹਿਲੀ ਵਾਰੀ ਮਿਲੇ ਹੋਈਏ, ਸੰਬੰਧ ਬੜੀ ਛੇਤੀ ਜੁੜਨਗੇ। ਕਾਰਨ ਕਿਉਂਕਿ ਬਿਰਤੀ ਇੱਕੋ ਜੀ। ਫਕੀਰ ਜਦੋਂ ਫਕੀਰ ਨੂੰ ਮਿਲਦਾ, ਆਪਸੀ ਪ੍ਰੇਮ ਬਣਦਾ। ਸਾਧੂ ਸਾਧੂ ਨੂੰ ਮਿਲਦਾ, ਆਪਸੀ ਪਿਆਰ ਬਣਦਾ। ਤੇ ਚੋਰ ਚੋਰ ਨੂੰ ਮਿਲਦਾ ਤੇ ਆਪਸੀ ਪ੍ਰੇਮ ਬਣਦਾ। ਫਿਰ ਉਹ ਦੋਵੇਂ ਮਿਲ ਕੇ ਤਰਕੀਬ ਬਣਾਉਂਦੇ। ਸਾਧ ਮਿਲੈ ਸਾਧੂ ਜਨੈ, ਜਦੋਂ ਸਾਧ ਸਾਧ ਨੂੰ ਮਿਲਦਾ ਹੈ, ਜਾਂ ਇਉਂ ਕਹਿ ਲਈਏ, ਸਾਧ ਲਫ਼ਜ਼ ਪਹਿਲੋਂ ਸਾਧ ਮਿਲੈ ਮਤਲਬ ਗੁਰੂ ਮਿਲਦਾ ਹੈ। ਕਿਹਨੂੰ? ਸਾਧੂ ਜਨੈ, ਜਿਹੜਾ ਸਾਧੂ ਬਣ ਜੇ। ਸਾਧੂ ਮਤਲਬ ਜਿਹਨੇ ਆਪਣੇ ਆਪ ਨੂੰ ਸਾਧ ਲਿਆ, ਆਪਣੇ ਆਪ ਨੂੰ ਸਾਧਣ ਵਾਲੇ ਨੂੰ ਹੀ ਮਿਲਿਆ। ਕੌਣ? ਸਾਧ ਗੁਰੂ। ਫਿਰ ਮਿਲਦਾ ਕੀ ਹੈ? ਸੰਤੋਖ ਵਸੈ ਗੁਰ ਭਾਏ। ਗੁਰੂ ਦੇ ਪ੍ਰੇਮ ਵਿੱਚ ਰਹਿ ਕੇ ਸੰਤੋਖ ਮਿਲਦਾ। ਗੁਰੂ ਦੇ ਪਿਆਰ ਵਿੱਚ ਰਹਿ ਕੇ ਫਿਰ ਸੰਤੋਖ ਮਿਲਦਾ। ਸਤਿਗੁਰੂ ਕਹਿੰਦੇ ਫਿਰ ਹੁੰਦਾ ਕੀ ਹੈ? ਅਕਥ ਕਥਾ ਵਿਚਾਰੀ ਹੈ, ਜਿੰਦੇ ਬਾਰੇ ਕਦੇ ਵਿਚਾਰ ਨਹੀਂ ਸੀ ਕੀਤੀ ਜਾ ਸਕਦੀ। ਕਹਿੰਦੇ ਜੇ ਸਤਿਗੁਰ ਮਾਹੀ ਸਮਾਏ, ਜੇ ਕਿਤੇ ਗੁਰੂ ਜੀ ਦੇ ਵਿੱਚ ਸਮਾ ਜਾਏ ਨਾ, ਫਿਰ ਉਹ ਅਕਥ ਦੀਆਂ ਵਿਚਾਰਾਂ ਵੀ ਕਰਨ ਲਾ ਦਿੰਦਾ। ਅਕਥ ਕਥਾ ਵਿਚਾਰੀ ਹੈ। ਅਕਥ ਦੀ ਕਥਾ ਨੂੰ ਵਿਚਾਰਨ ਤੋਂ ਭਾਵ ਵੀ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਅਕਥ ਹੈ, ਜਿਹਦੇ ਬਾਰੇ ਅਸੀਂ ਕਥਨ ਨਹੀਂ ਕਰ ਸਕਦੇ, ਜੇ ਗੁਰੂ ਰਹਿਮਤ ਕਰੇ ਨਾ, ਉਧਰ ਨੂੰ ਵੀ ਤੋਰ ਦਿੰਦਾ। ਸੁਮਤ ਕਿੰਨੇ ਦੇਣੀ? ਗੁਰੂ ਨੇ। ਗਿਆਨ ਕਿੰਨੇ ਦੇਣਾ? ਗੁਰੂ ਨੇ। ਤੇ ਅਕਥ ਦੀ ਕਥਾ ਕਰਵਾਉਣੀ ਕਿੰਨੇ ਹੈ? ਗੁਰੂ ਨੇ। ਤੇ ਜੇ ਮੈਂ ਗੁਰੂ ਵਿੱਚ ਸਮਾ ਜਾ, ਫਿਰ ਬੋਲਣ ਵਾਲਾ ਕੌਣ ਹੋਏਗਾ? ਗੁਰੂ ਹੀ ਹੋਏਗਾ ਨਾ। ਉੱਥੇ ਜਾ ਕੇ ਅਸੀਂ ਇਹ ਕਹਿਣਾ ਹੈ, ਮੈਂ ਨਹੀਂ ਬੋਲਦਾ, ਹਉ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ। ਉੱਥੇ ਫਿਰ ਇਹ ਨਹੀਂ, ਫਿਰ ਤੇ ਉੱਥੇ ਜਾ ਕੇ ਇਹ ਹੈ ਕਿ ਜੋ ਕੁਝ ਵੀ ਪਰਮੇਸ਼ਵਰ ਜੀ ਜ਼ੁਬਾਨ ਕਹਿ ਰਹੀ ਹੈ ਨਾ, ਗੁਰੂ ਜੀ ਜੋ ਕੁਝ ਵੀ ਜ਼ੁਬਾਨ ਕਹੇ, ਇਹ ਤੁਸੀਂ ਆਪ ਜ਼ੁਬਾਨ ਤੇ ਬੈਠ ਕੇ ਬੁਲਵਾ ਰਹੇ ਹੋ। ਬੋਲਣ ਵਾਲਾ ਤੇ ਤੂੰ ਹੈ, ਮੈਂ ਤੇ ਇੱਕ ਜ਼ਰੀਆ ਹਾਂ। ਬੁਲਵਾ ਵੀ ਤੂੰ ਰਿਹਾ ਤੇ ਬੋਲ ਵੀ ਤੂੰ ਰਿਹਾ, ਜਦੋਂ ਗੁਰੂ ਵਿੱਚ ਸਮਾ ਜਾਈਦਾ। ਅਕਥ ਕਥਾ ਵਿਚਾਰੀਐ, ਜੇ ਸਤਿਗੁਰ ਮਾਹੀ ਸਮਾਏ। ਕਹਿੰਦੇ ਪੀ ਅੰਮ੍ਰਿਤ ਸੰਤੋਖਿਆ। ਫਿਰ ਅੰਮ੍ਰਿਤ ਨੂੰ ਲਿਆ, ਅੰਮ੍ਰਿਤ ਨੂੰ ਛਕਿਆ, ਜਾਂ ਇਉਂ ਕਹਿ ਲਈਏ ਕਿ ਅਮਰ ਪਦ ਦੀ ਪ੍ਰਾਪਤੀ ਹੋਈ ਤੇ ਜ਼ਿੰਦਗੀ 'ਚ ਸੰਤੋਖ ਵਸਿਆ। ਹੁਣ ਦਰਗਾਹ ਪੈਦਾ ਜਾਏ, ਬੇਫਿਕਰ ਹੋ ਕੇ ਚੱਲਿਆ ਕਿੱਥੇ? ਰੱਬ ਜੀ ਦੇ ਦਰ ਤੇ। ਪੈਦਾ ਜਾਏ ਮਤਲਬ ਸਨਮਾਨ ਨਾਲ, ਅਦਬ ਨਾਲ। ਦਰਗਾਹ, ਹਾਹੇ ਨੂੰ ਸਿਹਾਰੀ ਦਰਗਾਹ ਵਿੱਚ ਪੈਦਾ ਜਾਏ, ਇੱਜ਼ਤ ਨਾਲ ਜਾਂਦਾ, ਸਨਮਾਨ ਨਾਲ ਜਾਂਦਾ। ਕੌਣ? ਜਿਹੜਾ ਗੁਰੂ ਵਿੱਚ ਸਮਾ ਜਾਂਦਾ।
ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਬਚਨ ਪੜ੍ਹਦੇ, ਗੁਰਮੁਖ ਜਨਮ ਸਵਾਰ ਦਰਗਾ ਚੱਲਿਆ, ਸੱਚੀ ਦਰਗਾ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਇੱਕ ਗੁਰੂ ਦੇ ਵਿੱਚ ਸਮਾਉਣ ਵਾਲਾ, ਉਹਨੂੰ ਕਹਿੰਦੇ ਵੀ ਲਾਹਾ ਲੈ ਕੇ ਚੱਲਿਆ। ਇੱਕ ਮੂਲ ਗਵਾ ਕੇ ਚੱਲਿਆ। ਪਿਤਾ ਦੇ ਅਨੁਸਾਰ ਰਹਿਣ ਵਾਲਾ ਪਿਤਾ ਦੀਆਂ ਨਜ਼ਰਾਂ 'ਚ ਬੜੀ ਇੱਜ਼ਤ ਵਾਲਾ ਹੈ, ਤੇ ਬਾਪੂ ਦੇ ਖਿਲਾਫ ਚੱਲਣ ਵਾਲਾ ਸਭ ਕੁਝ ਹੀ ਗਵਾ ਲੈਂਦਾ। ਪਿਤਾ ਦੇ ਅਨੁਸਾਰ ਚੱਲਣ ਵਾਲਾ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਬਾਪੂ ਕਹਿੰਦਾ ਵੀ ਮੇਰਾ ਸਾਰਾ ਕੁਝ ਹੀ ਇਹਦਾ, ਤੇ ਪਿਤਾ ਦੇ ਖਿਲਾਫ ਚੱਲਣ ਵਾਲੇ ਕੋਲ ਜੋ ਕੁਝ ਵੀ ਹੋਵੇ ਉਹ ਵੀ ਲੈ ਲੈਂਦਾ ਉੱਥੋਂ, ਵੀ ਚੱਲ ਤੂੰ ਇਹਦੇ ਜੋਗਾ ਵੀ ਨਹੀਂ ਹੈ। ਇਦਾਂ ਹੀ ਹੈ ਨਾ ਸੰਸਾਰਿਕ ਤੌਰ ਤੇ ਜੇ ਆਪਾਂ ਵੇਖਾਂਗੇ ਤੇ ਐਵੇਂ ਹੀ ਹੁੰਦਾ। ਜਿਹੜਾ ਅਨੁਸਾਰੀ ਚੱਲਦਾ ਹੈ, ਬਾਪੂ ਕਹਿੰਦਾ ਵੀ ਸਾਰਾ ਕੁਝ ਹੀ ਪੁੱਤਰਾ ਤੇਰਾ ਹੀ ਹੈ, ਅਸੀਂ ਕੀ ਕਰਨਾ। ਤੇ ਜਿਹੜਾ ਅਨੁਸਾਰੀ ਨਾ ਹੋਵੇ, ਉਹਨੂੰ ਕਹਿੰਦਾ ਵੀ ਚੱਲ ਜਾ, ਤੂੰ ਇਹਦੇ ਕਾਬਲ ਵੀ ਨਹੀਂ। ਦੋ ਪੁੱਤਰ ਹੋਣ, ਦੋਵਾਂ ਵਿੱਚੋਂ ਜਿਹੜਾ ਅਨੁਸਾਰੀ ਹੈ ਸਾਰਾ ਕੁਝ ਉਹਨੂੰ ਦੇ ਦਿੰਦਾ ਹੈ, ਜਿਹੜਾ ਖਿਲਾਫ ਚੱਲਣ ਵਾਲਾ ਉਹਨੂੰ ਜੋ ਦਿੱਤਾ ਸੀ ਉਹਦੇ ਕੋਲ ਉਹ ਵੀ ਲੈ ਲੈਂਦਾ, ਤੂੰ ਇਹਦੇ ਜੋਗਾ ਵੀ ਨਹੀਂ, ਆਪੇ ਵੇਖਦਾ ਫਿਰ। ਤੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਵਿੱਚ ਆਪਣਾ ਆਪਾ ਸਮਾ ਲਿਆ ਨਾ, ਜਿਹੜੇ ਗੁਰੂ ਵਿੱਚ ਸਮਾ ਗਏ, ਉਹ ਦਰਗਾਹ ਪੈਦਾ ਜਾਏ, ਦਰਗਾਹ ਦੇ ਵਿੱਚ ਇੱਜ਼ਤ ਨਾਲ, ਮਾਣ ਨਾਲ, ਸਨਮਾਨ ਨਾਲ ਜਾਂਦੇ। ਤੇ ਜਿਹੜੇ ਗੁਰੂ ਚ ਨਾ ਸਮਾ ਸਕੇ, ਚੱਲੇ ਉਹ ਵੀ ਨੇ, ਪਰ ਮੂਲ ਗਵਾਏ, ਉਹ ਮੂਲ ਗਵਾ ਕੇ ਚੱਲੇ। ਮਤਲਬ ਇਉਂ ਕਹਿ ਲੈ ਕੇ ਬਹੁਤ ਕੁਝ ਆਏ ਸਨ, ਖੱਟ ਕੇ ਕੁਝ ਨਹੀਂ ਲੈ ਕੇ ਚੱਲੇ, ਸਭ ਕੁਝ ਗਵਾ ਕੇ ਹੀ ਜਾ ਰਹੇ ਹਨ। ਘਟ ਘਟ ਵਾਜੈ ਕਿੰਗੁਰੀ, ਅਨ ਦਿਨ ਸ਼ਬਦ ਸੁਪਾਏ। ਵਿਰਲੇ ਕੋ ਸੋਜੀ ਪਈ, ਗੁਰਮੁਖ ਮਨ ਸਮਝਾਏ। ਨਾਨਕ ਨਾਮ ਨਾ ਵਿਸਰੈ, ਛੂਟੈ ਸ਼ਬਦ ਕਮਾਏ। ਘਟ ਘਟ ਵਾਜੈ ਕਿੰਗੁਰੀ, ਕਿੰਗੁਰੀ ਕਹਿੰਦੇ ਵੀਣਾ ਨੂੰ। ਇਹ ਹੁੰਦੀ ਜਿਵੇਂ ਆਪਾਂ ਬੀਣ ਕਹਿੰਦੇ ਆ ਨਾ, ਉਸੇ ਤਰ੍ਹਾਂ, ਪਰ ਉਹਦੇ ਤੋਂ ਆਕਾਰ ਵਿੱਚ ਵੱਡੀ ਹੁੰਦੀ ਵੀਣਾ। ਸਰੀਰਕ ਬਾਹਰੀ ਤੌਰ ਤੇ ਜੋਗੀ ਵਜਾਉਂਦੇ ਨੇ, ਪਰ ਇੱਥੇ ਕਿੰਗੁਰੀ ਲਫ਼ਜ਼ ਵਰਤਿਆ ਗਿਆ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਜੋਤ ਵਾਸਤੇ, ਜਿਹਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਖੇਡ ਤੇ ਸਾਰੀ ਭਾਵਨਾ ਦੀ ਹੈ ਨਾ ਗੁਰੂ ਦੇ ਦਰ ਉੱਤੇ। ਗੁਰੂ ਦੇ ਦਰ ਤੇ ਹੋਰ ਕੁਝ ਨਹੀਂ, ਸਿਰਫ ਇੱਕ ਭਾਵਨਾ ਜਿਹੜੀ ਪ੍ਰਵਾਨ ਕਰਾਉਂਦੀ। ਮੈਂ ਕਰੋੜਾਂ ਅਰਬਾਂ ਲੈ ਕੇ ਕਿਉਂ ਨਾ ਆ ਜਾ, ਮੈਨੂੰ ਪ੍ਰਵਾਨਗੀ ਨਹੀਂ ਮਿਲਣੀ। ਖਾਲੀ ਹੱਥੀਂ ਆ ਕੇ ਜੇ ਮੈਂ ਭਾਵਨਾ ਲੈ ਕੇ ਆ ਜਾ ਨਾ, ਕਬੂਲਿਆ ਜਾਵਾਂਗਾ। ਗੁਰੂ ਨਾ ਕਰੋੜਾਂ ਵੇਖੇ ਤੇ ਨਾ ਅਰਬਾਂ ਵੇਖੇ, ਗੁਰੂ ਵੇਖਦਾ ਸਿਰਫ ਭਾਵਨਾ, ਪਿਆਰ। ਘਟ ਘਟ ਵਾਜੈ ਕਿੰਗੁਰੀ ਕਹਿੰਦੇ ਦਿਨ ਰਾਤ ਨਾ ਹਰ ਇੱਕ ਘਟ ਦੇ ਵਿੱਚ ਕਿੰਗੁਰੀ ਵੱਜ ਰਹੀ, ਮਤਲਬ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਵੀਣਾ ਵੱਜ ਰਹੀ। ਅਨ ਦਿਨ ਸ਼ਬਦ ਸੁਭਾਏ, ਅਨ ਦਿਨ ਦਿਨ ਰਾਤ ਸੁਭਾਵਕ ਹੀ ਕਿੰਗੁਰੀ ਵੱਜ ਰਹੀ ਹੈ, ਸਾਰਿਆਂ ਵਿੱਚ ਰੱਬੀ ਜੋਤ ਕੰਮ ਕਰ ਰਹੀ। ਵਿਰਲੇ ਕੋ ਸੋਝੀ ਪਈ, ਪਰ ਇਹਦੀ ਸਮਝ ਕਿਹਨੂੰ ਆਉਂਦੀ? ਵਿਰਲੇ ਨੂੰ। ਵਿਰਲਾ ਕੌਣ ਹੈ? ਗੁਰਮੁਖ ਮਨ ਸਮਝਾਏ, ਜਿਹੜਾ ਗੁਰੂ ਦੇ ਰਾਹੀਂ ਆਪਣੇ ਮਨ ਨੂੰ ਸਮਝਾ ਲੈਂਦਾ, ਉਹੀ ਕਹਿੰਦਾ ਘਟ ਘਟ ਮੈਂ ਹਰ ਜੂ ਬਸੈ। ਸੰਤਨ ਕਹਿਓ ਪੁਕਾਰ, ਉਹ ਕਹਿੰਦਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਉਹੀ ਆਖਦਾ।
ਨਾਨਕ ਨਾਮ ਨਾ ਵਿਸਰੈ। हे ਨਾਨਕ ਜੀਓ, ਅਕਾਲ ਪੁਰਖ ਪਰਮੇਸ਼ਵਰ ਜੀ ਦਾ ਨਾਮ ਨਾ ਵਿਸਰੈ। ਛੂਟੈ ਕਿਉਂਕਿ ਛੁੱਟੀ ਦਾ ਹੈ, ਸ਼ਬਦ ਕਮਾਏ, ਸ਼ਬਦ ਕਮਾ ਕੇ ਛੁੱਟੀ ਦਾ। ਸ਼ਬਦ ਇੱਥੇ ਹੁਕਮ ਕਹਿ ਸਕਦੇ ਆ, ਸ਼ਬਦ ਇੱਥੇ ਰੱਬ ਜੀ ਦਾ, ਗੁਰੂ ਜੀ ਦਾ ਗਿਆਨ ਕਹਿ ਸਕਦੇ ਆ। ਕਮਾ ਕੇ ਤੇ ਤਾਂ ਹੀ ਛੁੱਟਾਂਗੇ ਨਾ। ਜੋ ਗੁਰੂ ਨੇ ਉਪਦੇਸ਼ ਦਿੱਤਾ ਮੈਂ ਉਹਨੂੰ ਕਮਾ ਲਾਂ ਤੇ ਛੁੱਟ ਜਾਵਾਂਗਾ। ਤੇ ਜੇ ਗੁਰੂ ਕੇ ਦਿੱਤੇ ਉਪਦੇਸ਼ ਨੂੰ ਕਮਾਇਆ ਹੀ ਨਾ ਤੇ ਫਿਰ ਛੁਟਕਾਰਾ ਥੋੜੀ ਹੈ। ਛੁਟਕਾਰਾ ਤੇ ਤਾਂ ਹੈ ਜੇ ਕਮਾ ਲਾਂਗਾ। ਤੇ ਸਾਹਿਬ ਕਹਿੰਦੇ ਇਸ ਲਈ ਨਾਮ ਨਾ ਵਿਸਰੈ, ਨਾਮ ਨਾ ਭੁੱਲੇ, ਛੁਟੈ ਸ਼ਬਦ ਕਮਾਏ। ਛੁੱਟ ਜਾਈਦਾ ਹੈ ਸ਼ਬਦ ਕਮਾਉਂਦਿਆਂ ਹੋਇਆਂ, ਗੁਰੂ ਕੇ ਗਿਆਨ ਨੂੰ, ਗੁਰੂ ਕੇ ਉਪਦੇਸ਼ ਨੂੰ ਕਮਾਉਂਦਿਆਂ ਹੋਇਆਂ ਬਚ ਜਾਈਦਾ। ਤੇ ਸਾਹਿਬ ਅੱਗੇ ਅਸੀਂ ਵੀ ਕਿਤੇ ਹੱਥ ਜੋੜ ਕੇ ਇਹ ਆਖਣਾ ਸਿੱਖ ਲਈਏ ਕਿ ਮਾਲਕ ਪਾਤਸ਼ਾਹ ਜੀ ਉਹ ਕਿਰਪਾ ਕਰੋ, ਆ ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੋ, ਕਿਤੇ ਤੁਹਾਡੇ ਸ਼ਬਦ ਨੂੰ ਕਮਾਉਣਾ ਸਾਨੂੰ ਵੀ ਆ ਜਾਏ, ਅਸੀਂ ਤੁਹਾਡੇ ਸੇਵਕ ਬਣ ਕੇ ਤੁਹਾਡੇ ਹੁਕਮ ਅਨੁਸਾਰ ਚੱਲ ਸਕੀਏ। ਤੇ ਮਾਲਕ ਨੂੰ ਆਖੀਏ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। तुमरी शरण तुम्हारी आसा, तुमरी शरण तुम्हारी आसा, तुम ही सजन सोहेले, तुम ही सजन सोहेले। राखो राखण हार दयाला, राखो राखण हार दयाला। नानक घर के गोले, नानक घर के गोले। नानक घर के गोले, नानक घर के गोले। सतगुरु पातशाह रहमत करन, साडे सबना दियां हाजरियां अपने दर उत्ते प्रवान कर लैन। अपने दरों घरों गुरसिੱਖੀ जीवन ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਵਚਨ ਹਿਰਦੇ ਵਿੱਚ ਵਸਾ ਲਈਏ। ਘਟ ਘਟ ਵਾਜੈ ਕਿੰਗੁਰੀ, ਅਨ ਦਿਨ ਸ਼ਬਦ ਸੁਪਾਏ। ਵਿਰਲੇ ਕੋ ਸੋਜੀ ਪਈ, ਗੁਰਮੁਖ ਮਨ ਸਮਝਾਏ। ਨਾਨਕ ਨਾਮ ਨਾ ਵਿਸਰੈ, ਛੂਟੈ ਸ਼ਬਦ ਕਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਰ